मैं डॉक्टर हरप्रीत कौर सारिਆਂ ਨੂੰ ਜੀ ਆਇਆਂ आखदी हाँ। हेलो, एम आई ऑडिबल? एम आई ऑडिबल? मेरी आवाज आ रही है? ओके, थैंक यू सो मच। इस दौरान मेरी आप सब जी ਨੂੰ ਇੱਕ ਬੇਨਤੀ ਹੈ ਕਿ ਇਸ ਪੂਰੇ ਵੈਬਿਨਾਰ ਦੇ ਦੌਰਾਨ ਤੁਸੀਂ ਆਪ ਜੀ ਨੇ ਆਪਣੇ ਫੋਨ ਮਿਊਟ ਮੋਡ ਤੇ ਰੱਖਣੇ ਹਨ ਤੇ ਕੈਮਰਾ ਆਫ ਰੱਖਣਾ ਹੈ ਤਾਂ ਜੋ ਵੈਬਿਨਾਰ ਦੇ ਦੌਰਾਨ ਕਿਸੇ ਨੂੰ ਵੀ ਸੁਣਨ ਦੇ ਵਿੱਚ ਦਿੱਕਤ ਨਾ ਆਵੇ ਤੇ ਸਪੀਕਰ ਸਾਹਿਬਾਨ ਵੀ ਡਿਸਟਰਬ ਨਾ ਹੋਣ। जो भी स्पीकर साहिबान होंगे अपनी वारी के अनुसार अपना फोन अनम्यूट कर देंगे ਅਤੇ कैमरा ऑन कर लेंगे पर बाकी सारे मैंबर्स ने इस प्रक्रिया के दौरान अपना फोन म्यूट मोड ते ही रखना है ਅਤੇ कैमरा ऑफ रखना है। थैंक यू सो मच। A very good morning and a warm welcome to all of you. We have come along for a webinar on legal literacy with special coverage on COVID-19. We have been through very tough times and have seen the impact of coronavirus on our lives. However, we as humans have a tendency to beat all odds and come out as winners. I wish, hope and pray that we all come out as winners very soon after defeating this virus. While we continue fighting the virus, we have come together to discuss few things on this pandemic that we have learned to survive and others that would help us to sail through this tough weather. We have some special guests today who will walk us through legal literacy. This webinar is presented by District Legal Service Authority, Roopnagar. We will learn some very basic and important things on legal literacy as to who can avail it and how to avail it. I am sure it is going to be a very informative session for everyone. So without wasting any time, I would like to invite our Principal Ma'am, Vice Principal Ma'am, Professor Manjeet Kaur Manchanda ji to welcome our Chief Guest. Thank you. Over to you, Ma'am. Manchanda Ma'am. Thank you so much. सरकारी कालेज रोपड़ के स्टाफ मैंबर, कालेज के समूह विद्यार्थियों ਅਤੇ ਇਸ ਵੈਬਿਨਾਰ ਵਿੱਚ ਜੁੜੇ ਹੋਏ DLSA ਰੂਪਨਗਰ ਦੇ ਸਤਿਕਾਰਯੋਗ ਮੈਂਬਰ। ਅੱਜ ਸਰਕਾਰੀ ਕਾਲਜ ਰੂਪਨਗਰ ਦਾ ਲੀਗਲ ਲਿਟਰੇਸੀ ਕਲੱਬ ਵਿੱਚ ਇੱਕ ਵੈਬਿਨਾਰ ਆਯੋਜਿਤ ਕਰ ਰਿਹਾ ਹੈ। ਸਭ ਤੋਂ ਪਹਿਲਾਂ ਇਸ ਵੈਬਿਨਾਰ ਵਿੱਚ ਅੱਜ ਦੇ ਮੁੱਖ ਮਹਿਮਾਨ ਸਰਦਾਰ ਹਰਸਿਮਰਨਜੀਤ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਰੂਪਨਗਰ ਨੂੰ मैं जी आया आखती हूँ। सरकारी कालेज रूपनगर का लीगल लिटरेसी क्लब 2019 ਵਿੱਚ CJM ਸਾਹਿਬ ਦੇ ਯਤਨਾਂ ਸਦਕਾ ਹੀ ਸਥਾਪਿਤ ਹੋਇਆ ਹੈ। ਇਸ ਤੋਂ ਬਾਅਦ ਮੈਂ ਅੱਜ ਦੇ ਦੂਜੇ ਮਹਿਮਾਨ ਅਤੇ ਬੁਲਾਰੇ ਐਡਵੋਕੇਟ ਜਸਵਿੰਦਰ ਕੌਰ ਜੀ ਦਾ ਨਿੱਘਾ ਸਵਾਗਤ ਕਰਦੀ ਹਾਂ। ਮੈਂ ਇੱਥੇ ਦੱਸਣਾ ਚਾਹਾਂਗੀ ਕਿ ਇਸ ਕਲੱਬ ਵੱਲੋਂ ਕਾਲਜ ਵਿੱਚ ਸਮੇਂ-ਸਮੇਂ ਸਿਰ ਕਈ ਤਰ੍ਹਾਂ ਦੇ ਸੈਮੀਨਾਰ, ਕੰਪੀਟੀਸ਼ਨ ਅਤੇ ਅਵੇਅਰਨੈਸ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਮੈਨੂੰ ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਕਾਲਜ ਦੇ BA ਦੇ 3 ਵਿਦਿਆਰਥੀ DLSA ਰੂਪਨਗਰ ਵਿੱਚ ਪੈਰਾ ਲੀਗਲ ਵਲੰਟੀਅਰ ਚੁਣੇ ਗਏ ਹਨ ਅਤੇ ਉਹ ਬਹੁਤ ਸਾਰੇ ਪਿੰਡਾਂ ਵਿੱਚ ਅਵੇਅਰਨੈਸ ਪ੍ਰੋਗਰਾਮਸ, ਅਵੇਅਰਨੈਸ ਕੈਂਪਸ ਲਗਾ ਰਹੇ ਹਨ ਤੇ ਆਪਣੀਆਂ ਸਰਵਿਸਿਜ਼ ਦੇ ਰਹੇ ਹਨ। ਇਸ ਤੋਂ ਇਲਾਵਾ ਕਾਲਜ ਦੇ ਇਸ ਸੈੱਲ ਵੱਲੋਂ ਇੱਕ ਔਰਤ ਦਾ ਪਰਿਵਾਰਕ ਮਸਲਾ ਵੀ ਸੋਲਵ ਕੀਤਾ ਗਿਆ। ਮੈਨੂੰ ਮਾਣ ਮਹਿਸੂਸ ਹੈ ਕਿ ਸਾਡਾ ਪੋਲੀਟੀਕਲ ਸਾਇੰਸ ਵਿਭਾਗ ਲੀਗਲ ਲਿਟਰੇਸੀ ਕਲੱਬ DLSA ਰੂਪਨਗਰ ਦੇ ਸਹਿਯੋਗ ਨਾਲ ਬਹੁਤ ਵਧੀਆ ਕੰਮ ਕਰ ਰਿਹਾ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਬਹੁਤ ਸਾਰੇ ਮਸਲਿਆਂ ਵਿੱਚ ਸਾਨੂੰ ਕਾਨੂੰਨੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ, ਪਰ ਕਈ ਵਾਰੀ ਸਾਨੂੰ ਆਪਣੇ ਰਾਈਟਸ ਦਾ ਪਤਾ ਨਹੀਂ ਹੁੰਦਾ ਤੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਵੀ ਪਤਾ ਨਹੀਂ ਹੁੰਦਾ ਤੇ ਉਸ ਵਾਸਤੇ ਸਪੈਸ਼ਲੀ ਔਰਤਾਂ ਨੂੰ ਆਪਣੇ
ਹੱਕਾਂ ਬਾਰੇ ਜਾਗਰੂਕ ਕਰਵਾਉਣ ਵਾਸਤੇ ਇਹ ਸੈੱਲ ਕ੍ਰੀਏਟ ਕੀਤਾ ਗਿਆ। ਇਸ ਦੇ ਵਿੱਚ ਕਈ ਵਾਰੀ ਫਾਈਨੈਂਸ਼ੀਅਲੀ ਬੈਕਵਰਡ ਲੋਕੀ ਜਿਨ੍ਹਾਂ ਨੂੰ ਕਾਨੂੰਨੀ ਮਦਦ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਇਸ ਤੱਕ ਪਹੁੰਚ ਨਹੀਂ ਸਕਦੇ ਕਿ ਉਹਨਾਂ ਨੂੰ ਅਵੇਅਰਨੈਸ ਨਹੀਂ ਹੈ, ਤਾਂ ਉਹਨਾਂ ਵਾਸਤੇ ਇਹ ਜਗ੍ਹਾ ਜਗ੍ਹਾ ਤੇ ਜਾ ਕੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਤਾਂ ਕਿ ਲੋਕੀ ਇਹਨਾਂ ਸਰਵਿਸਿਜ਼ ਦਾ ਫਾਇਦਾ ਲੈ ਸਕਣ। ਸੋ ਲੀਗਲ ਲਿਟਰੇਸੀ ਕਲੱਬ ਇਹ ਸਾਰੀਆਂ ਚੀਜ਼ਾਂ ਵਾਸਤੇ ਲੋਕਾਂ ਨੂੰ ਜਾਣੂ ਕਰਵਾਉਂਦਾ ਹੈ। ਹੁਣ ਇੱਕ ਹੋਰ ਗੱਲ, ਜਿਵੇਂ ਕਿ ਸਾਰੇ ਅਸੀਂ ਜਾਣਦੇ ਹਾਂ ਕਿ ਸਾਨੂੰ ਕਰੋਨਾ ਮਹਾਮਾਰੀ ਜਿਹੜੀ ਕਿ ਸਾਰੀ ਸੰਸਾਰ ਦੇ ਵਿੱਚ ਸਾਰੇ ਸੰਸਾਰ ਨੂੰ ਜਿਸਨੇ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਹੈ, ਇਸ ਕਰੋਨਾ ਮਹਾਮਾਰੀ ਦੇ ਵਿੱਚੋਂ ਨਿਕਲਣ ਦਾ ਕੋਈ ਹਲੇ ਰਸਤਾ ਨਹੀਂ ਲੱਭ ਰਿਹਾ। ਪਰ ਮੈਂ ਇਸ ਮਾਧਿਅਮ ਦੇ ਥਰੂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਅਸੀਂ ਸਾਰੇ ਹੀ ਜ਼ਿੰਮੇਵਾਰ ਬਣੀਏ, ਅਸੀਂ ਭਾਰਤ ਦੇ ਜ਼ਿੰਮੇਵਾਰ ਨਾਗਰਿਕ ਬਣੀਏ ਤੇ ਆਪਣੀ ਜ਼ਿੰਮੇਵਾਰੀ ਨੂੰ ਖੂਬ ਨਿਭਾਈਏ। ਇਸ ਦੇ ਵਿੱਚ ਅਸੀਂ ਆਪ ਤਾਂ ਅਵੇਅਰ ਹੋਣਾ ਹੀ ਹੈ, ਪਰ ਅਸੀਂ ਦੂਸਰਿਆਂ ਨੂੰ ਵੀ ਆਪਣੇ ਨਾਲ ਵਾਲਿਆਂ ਨੂੰ ਵੀ ਅਵੇਅਰ ਕਰਨਾ ਹੈ। ਇਸ ਅਵੇਅਰਨੈਸ ਵਾਸਤੇ ਅਸੀਂ ਉਹ ਸਾਰੀਆਂ ਸਾਵਧਾਨੀਆਂ ਵਰਤ ਸਕਦੇ ਹਾਂ ਜਿਹੜੀਆਂ ਕਿ ਸਾਨੂੰ ਸਮੇਂ-ਸਮੇਂ ਸਿਰ ਭਾਰਤ ਸਰਕਾਰ, ਪੰਜਾਬ ਸਰਕਾਰ ਜਾਂ ਡਿਸਟ੍ਰਿਕਟ ਲੈਵਲ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵਾਲੇ ਸਾਨੂੰ ਸਾਵਧਾਨੀਆਂ ਵਰਤਣ ਵਾਸਤੇ ਕਹਿੰਦੇ ਹਨ। ਸੋ ਇਹਨਾਂ ਸਾਵਧਾਨੀਆਂ ਨੂੰ ਵਰਤ ਕੇ ਅਗਰ ਅਸੀਂ ਕਰੋਨਾ ਮਹਾਮਾਰੀ ਦੇ ਵਿੱਚੋਂ ਲੰਘ ਸਕੀਏ ਤਾਂ ਮੇਰੇ ਖਿਆਲ 'ਚ ਇਹ ਕੋਈ ਬਹੁਤਾ ਔਖਾ ਕੰਮ ਵੀ ਨਹੀਂ ਹੈ। ਸਾਵਧਾਨੀਆਂ ਬੜੀਆਂ ਸਿੰਪਲ ਜਿਹੀਆਂ ਹਨ, ਲੇਕਿਨ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਜਾਗਰੂਕ ਕਰਨਾ ਪਏਗਾ ਔਰ ਆਪ ਵੀ ਜਾਗਰੂਕ ਹੋਣਾ ਪਵੇਗਾ। ਸੋ ਇਹ ਸਾਵਧਾਨੀਆਂ ਦੇ ਵਿੱਚ ਬੜਾ ਆਸਾਨ ਜਿਹਾ ਕੰਮ ਹੈ ਕਿ ਲੋੜ ਤੋਂ ਬਿਨਾਂ ਘਰੋਂ ਨਾ ਨਿਕਲੋ, ਬਹੁਤ ਜ਼ਰੂਰੀ ਹੋਵੇ ਤਾਂ ਨਿਕਲੋ, ਮਾਸਕ ਪਾ ਕੇ ਨਿਕਲੋ, ਭੀੜ ਭੜੱਕੇ ਵਿੱਚ ਬਹੁਤਾ ਨਾ ਜਾਓ, 10 ਸਾਲ ਤੋਂ ਛੋਟੇ ਬੱਚੇ ਨੂੰ ਘਰੋਂ ਬਾਹਰ ਨਾ ਕੱਢੋ, 65 ਸਾਲ ਤੋਂ ਵੱਡੇ ਬਜ਼ੁਰਗ ਨੂੰ ਘਰੋਂ ਬਾਹਰ ਨਾ ਕੱਢੋ ਔਰ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾਵੇ ਔਰ ਸਮੇਂ ਸਿਰ ਆਪਣੇ ਹੱਥ ਸਾਬਣ ਦੇ ਨਾਲ ਧੋਂਦੇ ਰਹੋ 20 ਸੈਕਿੰਡ ਤੱਕ। ਉਸੇ ਤਰ੍ਹਾਂ ਜਿਵੇਂ ਹੱਥਾਂ ਦੇ ਉੱਤੇ ਤੇਲ ਲੱਗ ਜਾਵੇ ਤੇ ਅਸੀਂ ਉਹਨੂੰ ਧੋਣ ਵਾਸਤੇ ਸਾਬਣ ਲਗਾ ਕੇ ਫੋਮ ਬਣਾਉਂਦੇ ਹਾਂ, ਝੱਗ ਬਣਾਉਂਦੇ ਹਾਂ ਤੇ ਉਹ ਪੂਰੀ ਤਰ੍ਹਾਂ ਜਦੋਂ ਤੱਕ ਸਾਫ਼ मैम आवाज नहीं आ रही। ਮਿਲਦੇ ਰਹਿੰਦੇ ਹਾਂ, ਉਸੇ ਤਰ੍ਹਾਂ ਉਨੇ ਸਮੇਂ ਵਾਸਤੇ ਅਸੀਂ ਆਪਣੇ ਹੱਥਾਂ ਨੂੰ ਧੋਈਏ। ਜੇ ਪਾਣੀ ਸੈਨੀਟਾਈਜ਼ਰ ਦਾ ਵਰਤੋਂ ਕਰਨੀ ਹੈ। ਸੋ ਇਹਨਾਂ ਚੀਜ਼ਾਂ ਦੀ ਪਾਲਣਾ ਕਰੋ ਔਰ ਮਿਸ਼ਨ ਫਤਿਹ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਲਿਖਿਆ ਹੋਇਆ ਪ੍ਰੋਗਰਾਮ ਹੈ ਉਹਨਾਂ ਦੇ ਵਿੱਚੋਂ ਬਚਣ ਵਾਸਤੇ ਵਚਨਬੱਧ ਹੋਵੋ। ਮੈਨੂੰ ਉਮੀਦ ਹੈ ਕਿ ਅਸੀਂ Over to you, Harpreet ji. Thank you, sir. Thank you so much. Now I would like to request Advocate Jaspinder Kaur ji, DLSA, to present her views. Over to you, ma'am. Ma'am Jaspinder Kaur ji. Jaspinder Kaur ma'am, audible? Am I audible? Hello? Jaspinder Kaur ma'am ji? हेलो हेलो हेलो, हाँ जी मैम, हाँ जी, ठीक है मैम। ठीक है मैम। ओके, सब तो पहले मेरे ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। First of all, my greetings to all respectable Vice Principal Professor Manjeet Kaur Manjanda ji, HOD Dr. Kulveer Kaur, Dr. Harpreet Kaur,
and our Honorable CGM Come Secretary DLSA Roopnagar, all the staff members and my dear students. मेरे तो पहला मैम वाइस प्रिंसिपल मैम ने काफी कुछ कोविड बारे किया है ਅੱਜ ਦਾ ਉਪਰਾਲਾ ਜਿਹੜਾ ਵੈਬਿਨਾਰ ਹੈ ਆਰਗੇਨਾਈਜ਼ ਕੀਤਾ ਹੈ ਇਹਦੇ ਵਿੱਚ I am also one of the participants, so I am lucky enough that I have been given a chance to share my views with all of you. First of all, regarding COVID-19, मैम ने काफी विस्तारपूर्वक दसिया ਤੁਹਾਨੂੰ मैं ਇਹਦੇ ਵਿੱਚ ਕੁਝ ਚੀਜ਼ਾਂ ਐਡ ਕਰਨੀਆਂ ਚਾਹੂੰਗੀ फर्स्ट ऑफ ऑल कोविड-19 है की चीज ਇਹ ਕਿੱਥੇ ਫੈਲਿਆ ਸੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਚਾਈਨਾ ਵੁਹਾਨ ਵਿੱਚ ਤੋਂ ਸਟਾਰਟ ਹੋਇਆ ਸੀ ਇਹ ਕੋਰੋਨਾ ਵਾਇਰਸ ਇੱਕ ਲਾਰਜ ਗਰੁੱਪ ਆਫ ਵਾਇਰसेस ਹੈ ਇਹਦਾ ਅਟੈਕ ਕੀ ਹੈ ਡਿਜ਼ੀਜ਼ ਰੈਸਪੀਰੇਟਰੀ ਇਨਫੈਕਸ਼ਨ ਕਾਜ਼ ਕਰਦਾ ਹੈ इसीलिए ਜਿਹੜੀ आउटब्रेक ऑफ कोविड-19 है कोरोना वायरस है was declared public health emergency of international level on 20/1/2020 ਕਿਵੇਂ ਫੈਲਦਾ ਆਪਾਂ ਸਾਰਿਆਂ ਨੂੰ ਪਤਾ ਹੈ ਬਹੁਤ ਸਾਰੀਆਂ YouTube ਤੇ ਨਿਊਜ਼ ਵਿੱਚ ਮੀਡੀਆ ਤੋਂ ਆਪਾਂ ਜਾਣਦੇ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇਹ ਜਿਹੜਾ कोरोना वायरस है ये ड्रॉपलेट्स के थ्रू ट्रांसमिट होता है ड्रॉपलेट्स के थ्रू जो कोई छिकदा है जो कोई खांसी करता है कोई गल करता है ਜਿਹੜੇ ਉਹਦੇ ਵਿੱਚ ਡ੍ਰੌਪ ਉਹਦੇ ਮੂੰਹ ਤੇ ਡ੍ਰੌਪਲੇਟਸ ਹੁੰਦੇ ਆ ਉਹਦੇ ਨਾਲ ਇਹ ਜਿਹੜਾ ਕੋਰੋਨਾ ਵਾਇਰਸ ਫੈਲਦਾ ਹੈ ਜਾਂ ਇਹ ਡ੍ਰੌਪਲੇਟਸ ਅਸੀਂ ਸਨੀਜ਼ਿੰਗ ਕਰਦੇ ਹਾਂ ਛਿੱਕਦੇ ਹਾਂ ਤਾਂ ਉਹ ਕਿਸੇ ਆਬਜੈਕਟ ਤੇ ਗਿਰਦਾ ਹੈ ਤਾਂ ਉਹ ਆਬਜੈਕਟ ਨੂੰ ਅਗਰ ਕੋਈ ਇਨਸਾਨ ਟੱਚ ਕਰ ਲੇ ਤਾਂ ਉਹਦੇ ਥਰੂ ਵੀ ਔਰ ਫਿਰ ਉਸ ਤੋਂ ਬਾਅਦ ਆਪਣੇ ਆਈਜ਼ ਨੋਜ਼ ਜਾਂ ਮਾਊਥ ਨੂੰ ਟੱਚ ਕਰੇ ਤਾਂ कोरोना वायरस ਜਿਹੜਾ ਹੈ ਇਹ ਇਨਸਾਨ ਨੂੰ ਇਨਫੈਕਟ ਕਰਦਾ ਯੂਜੂਅਲੀ ਇਹ 5-6 ਦਿਨਾਂ ਵਿੱਚ ਇਹਦਾ ਇਨਕਿਊਬੇਸ਼ਨ ਪੀਰੀਅਡ ਹੈ ਇਟ may extend to 1 to 14 days but WHO ਨੇ ਵੀ ਕਿਹਾ various researches have shown that some people may not show any symptoms of any disease common symptoms ਕੀ ਹੈ ਇਸ disease ਦੇ fever ਹੋ ਸਕਦਾ ਹੈ fatigue रेस्पिरेटरी सिस्टम ਜਿਹੜਾ ਹੈ ਉਹਨੂੰ ਜਿਵੇਂ ਕਫ ਹੋ ਗਈ ਸੋਰ ਥ੍ਰੋਟ ਹੋ ਗਿਆ ਬਰੀਥ ਸਾਹ ਲੈਣ 'ਚ ਮੁਸ਼ਕਿਲ ਹੋ ਗਿਆ ਫਿਰ ਕਈ ਵਾਰੀ ਕੁਝ ਲੋਕਾਂ ਨੂੰ ਜਿਹੜੀ ਸੈਂਸ ਆਫ ਟੇਸਟ ਹੈ ਉਹ ਵੀ ਖਤਮ ਹੋ ਜਾਂਦਾ ਹੈ ਸੀਵੀਅਰ ਕੇਸਿਸ ਵਿੱਚ ਇਟ ਕੁਡ ਬੀ ਨਿਊਮੋਨੀਆ organ failure and sometimes it causes death of a person also ਇਹਦੀ ਪ੍ਰੀਵੈਂਸ਼ਨ ਵਾਸਤੇ ਕਿ ਇਹ ਵਾਇਰਸ ਅੱਗੇ ਨਾ ਫੈਲੇ ਇਹਨੂੰ ਕਿਵੇਂ ਆਪਾਂ ਰੋਕਦੇ ਹਾਂ ਤਾਂ ਨੰਬਰ ਆਫ ਇਫੈਕਟਿਵ ਮੇਜਰਸ ਹੈਵ ਬੀਨ ਸੁਜੈਸਟਡ ਡਾਕਟਰਸ ਫਿਜ਼ੀਸ਼ੀਅਨਸ ਆਵਰ ਗਵਰਨਮੈਂਟ ਇਹਨਾਂ ਨੇ ਕਿੰਨੇ ਸਾਰੇ ਮੇਜਰਸ ਦੱਸੇ ਜਿਹੜੇ ਕਿ ਅਸੀਂ ਇਹਨੂੰ ਅਡਾਪਟ ਕਰਕੇ we can prevent it from मतलब फैलन तो रोका जा सकता किवें कवरिंग अवर माउथ एंड नोज जिवें गवर्नमेंट ने इंस्ट्रक्शन ਦਿੱਤੀ ਹੈ ਕਿ ਤੁਸੀਂ ਮਾਸਕ ਪਾ ਕੇ ਰੱਖੋ ਜਾਂ ਜਦੋਂ ਕਿਤੇ ਸਾਨੂੰ ਛਿੱਕ ਆਉਂਦੀ ਹੈ ਜਾਂ ਖਾਂਸੀ ਆਉਂਦੀ ਹੈ ਤਾਂ ਐਟਲੀਸਟ ਅਗਰ ਮਾਸਕ ਤਾਂ ਮਸਟ ਹੈ ਹੀ ਹੈ ਤੁਸੀਂ ਐਲਬੋ ਨਾਲ ਉਹਨੂੰ ਕਵਰ ਕਰ ਸਕਦੇ ਹੋ ਫਿਰ ਵਾਸ਼ योर हैंड्स फ्रीक्वेंटली विद सोप थोड़ी देर बाद हाथ धोते रहो सैनिटाइजर यूज करो फिर सोशल डिस्टेंसिंग पे गवर्नमेंट ने बहुत स्ट्रेस देता है मेंटेनिंग एटलीस्ट 1 मीटर डिस्टेंस विद पीपल फिर फिजिकल एंड सोशल डिस्टेंसिंग टू प्रिवेंट दिस आउटब्रेक एंड देन appropriate use of mask as far as medicine and vaccine is concerned that is still under development हजे कोई वैक्सीन हजे कोई मेडिसिन ये प्रॉपर निकली नहीं है प्रोसेस चल रहा है इस तो अलावा ਸਾਨੂੰ डाइटिशियंस डे टू डे प्लान डॉक्टर सजेस्ट करते कि ਤੁਸੀਂ डाइट विटामिन सी मैक्सिमम लेनी है सिट्रस फ्रूट खाओ ब्लूबेरीज खाओ ग्रेप्स खाओ कोकोआ डार्क चॉकलेट बॉडी इम्यूनिटी बढ़ाओ फास्टिंग ना करो सो ਜਿਹੜੇ
ਸਾਡੀ ਗਵਰਨਮੈਂਟ ਫਰਮ ਟਾਈਮ ਟੂ ਟਾਈਮ ਇੰਸਟਰਕਸ਼ਨਸ ਦਿੰਦੀ ਹੈ, ਤਾਂ ਸਾਨੂੰ ਵੀ ਮਸਟ ਆਲ ਫੋਲੋ ਆਲ ਦੋਸ instructions to save ourselves, to save the society, to save India from this horrible disease. COVID-19 ਤੇ ਬਹੁਤ ਕੁਝ ਨਾ ਕਹਿੰਦਾ, ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਜਿਸ ਤਰ੍ਹਾਂ ਹੁਣ ਤੱਕ ਜਿੱਤਦੇ ਆਏ ਹਾਂ ਤਾਂ ਅੱਗੇ ਨੂੰ ਵੀ we will come out the winners. We all the people of India will come out the winners at last. Now coming to the legal literacy, मैं सिर्फ थोड़े 5-7 मिनट लेना चाहूंगी। सब तो पहले ये जरा उपराला जिवें वाइस प्रिंसिपल मैम ने दस्सिया कि साडे सीएम साहब कम सैकटरी सरदार कासिमरजीत सिंह जी ਦੀ ਰਹਿਨੁਮਾਈ ਹੇਠ ਡੀਐਲਐਸਏ ਰੂਪਨਗਰ ਵੱਲੋਂ ਕੀਤਾ ਗਿਆ। ਸੋ ਇਹਨਾਂ ਲਈ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ। ਵੀ ਆਰ ਰੀਅਲੀ ਥੈਂਕਫੁਲ ਫਰੋਮ ਦਾ ਕੋਰ ਆਫ ਆਵਰ ਹਾਰਟ to making such nice and beautiful arrangements for this webinar. मैम प्रिंसिपल मैम दस रहे सी कि भी तुसी लीगल ਜਿਹੜੇ ਹੈਗੇ ਆ ਉਹ ਤੁਸੀਂ ਕਿਵੇਂ ਕਾਨੂੰਨੀ ਸਹਾਇਤਾ ਲੈ ਸਕਦੇ ਹੋ। ਮੈਂ ਦੱਸਣਾ ਸਭ ਤੋਂ ਪਹਿਲੇ ਤਾਂ ਕੋਈ ਵੀ ਬੱਚਾ ਸਿਆਣਾ ਔਰਤ ਐਨੀਬਾਡੀ ਕੋਈ ਪਰਸਨ ਜਿਹਨੂੰ ਕਾਨੂੰਨੀ ਸਹਾਇਤਾ ਦੀ ਲੋੜ ਹੈ, ਮੁਫਤ ਕਾਨੂੰਨੀ ਸਹਾਇਤਾ ਦੀ, ਤਾਂ ਸਭ ਤੋਂ ਪਹਿਲੇ ਉਹ ਕਿਸੇ ਵੀ ਟਾਈਮ ਕਿਸੇ ਵੀ ਦਿਨ 1968 ਸਾਡਾ ਟੋਲ ਫ੍ਰੀ ਨੰਬਰ ਹੈ, ਉਹ ਤੁਹਾਡੇ ਪਿੱਛੇ ਜਿਹੜਾ ਸਾਡਾ ਬੈਨਰ ਲੱਗਿਆ ਉਹਦੇ ਤੇ ਵੀ ਵੈਬਸਾਈਟ ਤੇ ਨੰਬਰ ਦਿੱਤਾ ਹੋਇਆ, ਤੁਸੀਂ ਉਹਦੇ ਤੇ ਕਿਸੇ ਵੀ ਟਾਈਮ ਕਾਲ ਕਰਕੇ ਲੀਗਲ ਸਹਾਇਤਾ ਲੈ ਸਕਦੇ ਹੋ। ਔਰ ਇਸ ਨੰਬਰ ਤੇ 24 ਆਵਰ ਸਰਵਿਸ ਹੈਗੀ ਹੈ ਸਾਡੀ, ਤੇ ਕੋਈ ਨਾ ਕੋਈ, ਕਿਉਂਕਿ ਇਹਦੇ ਵਾਸਤੇ ਲੀਗਲ ਕਲੀਨਿਕਸ ਲੀਗਲ ਏਡਸ ਬਣਾਏ ਗਏ ਹੈ ਪਿੰਡਾਂ ਵਿੱਚ ਥਾਂ ਤੇ, ਮਤਲਬ ਇਹ ਤੁਹਾਨੂੰ ਸਹਾਇਤਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਤੁਸੀਂ ਐਨੀ ਟਾਈਮ 1968 ਤੇ ਟੋਲ ਫ੍ਰੀ ਨੰਬਰ ਹੈ, ਹੈਲਪਲਾਈਨ ਨੰਬਰ ਹੈ, ਉਹਦੇ ਤੇ ਕਾਲ ਕਰਕੇ ਸਹਾਇਤਾ ਲੈ ਸਕਦੇ। ਹੁਣ ਆਰਟੀਕਲ 39A ਤੁਸੀਂ ਪੋਲੀਟੀਕਲ ਸਾਇੰਸ ਤੇ ਮੈਂਬਰਸ ਹੋ ਐਚਓਡੀ ਸਾਹਿਬ ਹੈਗੇ ਆ ਸਾਡੇ ਮੈਡਮ ਕੁਲਵੀਰ ਕੌਰ ਜੀ, ਹਰਪ੍ਰੀਤ ਕੌਰ ਜੀ ਤੇ ਹੋਰ ਸਾਡੇ ਜਤਿੰਦਰ ਜੀ, ਪੋਲੀਟੀਕਲ ਸਾਇੰਸ ਮਤਲਬ Article 39A Constitution implies duty on the state to provide free and competent legal services to the weaker section. Legal Services Authority Act 1987 पहले बनया सीगा, which came into force throughout country with effect from 9th November 1995. Similarly, Punjab Legal Services Authority came into being on 4th October 1996. So सब तो पहले ਜਿਹੜੇ ਬੰਦੇ ਜਿਹੜੇ ਹੈ the persons who are entitled to seek free legal services, ਇਹਦੇ ਵਿੱਚ ਬਹੁਤ ਸਾਰੇ ਕੈਟਾਗਰੀਜ਼ ਹੈ, ਜਿਵੇਂ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਦੇ ਮੈਂਬਰਸ ਹੋ ਸਕਦੇ हैं, victim of trafficking in human beings or beggars, women or a child, a person with a disability such as blindness, leprosy, locomotor, ਜਿਹੜੇ disabilities specify ਕੀਤੀਆਂ ਹੋਈਆਂ ਉਹ ਬੰਦੇ ਲੈ ਸਕਦੇ। victim ਕੋਈ ਵੀ mass disaster, violence, caste immunity, ਇਹ ਸਾਰੇ earthquake ਤੇ natural disaster ਹੈ, ਉਹਨਾਂ ਲਈ ਵੀ free ਕਾਨੂੰਨੀ ਸਹਾਇਤਾ ਦੀ ਮੁਹੱਈਆ ਕਰਨ ਦਾ ਪ੍ਰੋਵੀਜ਼ਨ ਹੈ। ਔਰ ਕਿਵੇਂ ਲੈ ਸਕਦੇ ਆ ਇਹ ਅਸਿਸਟੈਂਸ, ਕਿਉਂਕਿ ਜਦੋਂ ਕੋਈ ਵੀ ਜਿਸ ਕਿਸੇ ਨੂੰ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਉਹ ਅਪਲਾਈ ਕਰਦਾ ਹੈ ਆ ਕੇ ਸਾਡੇ ਸੈਕਟਰੀ ਸਾਹਿਬ ਨੂੰ, ਜਾਂ ਆ ਕੇ ਐਪਲੀਕੇਸ਼ਨ ਫਾਰਮ ਬਣਿਆ, ਫਾਰਮ ਬਣੇਗਾ, ਆ ਕੇ ਉਹ ਫਾਰਮ ਭਰ ਕੇ ਉਸ ਤੋਂ ਬਾਅਦ ਇਹਨਾਂ ਨੂੰ ਜਿਹੜੀਆਂ ਕਿਵੇਂ ਅਸਿਸਟੈਂਸ ਦਿੱਤੀ ਜਾਂਦੀ ਹੈ, ਉਹ ਲੀਗਲ ਪ੍ਰੋਵਾਈਡ ਕੀਤੀ ਜਾਂਦੀ ਹੈ, ਐਡਵੋਕੇਟਸ ਪ੍ਰੋਵਾਈਡ ਕੀਤੇ ਜਾਂਦੇ, ਲੀਗਲ ਐਡਵਾਈਸ ਪ੍ਰੋਵਾਈਡ ਕੀਤੀ ਜਾਂਦੀ ਹੈ। ਇਹਨਾਂ ਦਾ ਜਿਸ ਕਿਸੇ ਨੇ ਵੀ ਫ੍ਰੀ ਲੀਗਲ ਸਰਵਿਸਿਜ਼ ਲੈਣੀ ਆ ਉਹਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ, ਕੋਈ ਫੀਸ ਨਹੀਂ, ਜੋ ਵੀ ਫੀਸ ਹੈ ਔਰ ਕੋਰਟ ਫੀਸ ਹੈ ਜਾਂ ਜਿਹੜੇ ਵੀ ਚਾਰजेस ਹੈ ਉਹ ਸਾਰੇ ਜਿਹੜੀ ਹੈ ਫ੍ਰੀ ਲੀਗਲ ਏਡ ਡੀਐਲਐਸਏ ਉਹ ਬੇਅਰ ਕਰਦੀ ਹੈ। ਸੋ the motive is to provide justice to everyone. ਇਸ ਦਾ ਨੰਬਰ ਜਿਹੜਾ ਹੈਗਾ 220 171 ਹੈ 220171। ਸੋ ਅਸੀਂ ਉਹ ਨੰਬਰ ਵੀ ਕਦੋਂ ਕਾਲ ਕਰਕੇ ਤੁਸੀਂ ਜੋ ਇਨਫੋਰਮੇਸ਼ਨ ਸੀਕ ਕਰਨੀ ਹੈ ਜਾਂ ਤੁਸੀਂ ਕੋਈ ਲੀਗਲ ਸਰਵਿਸਿਜ਼ ਲੈਣੀ ਹੈ ਉਹ ਅਸੀਂ ਤੁਹਾਨੂੰ ਪ੍ਰਦਾਨ ਕਰਾਂਗੇ। ਫਰਦਰ ਗੱਲ ਕਰੀਏ ਤਾਂ
इसे साडे EDR सेंटर या DLSA ਦੇ ਅੰਡਰ ਲੋਕ ਅਦਾਲਤਾਂ ਦਾ ਕਨਸੈਪਟ ਹੈ ਜਿਹੜਾ ਆਬਜੈਕਟਿਵ ਹੈ ਲੋਕ ਅਦਾਲਤਾਂ ਦਾ ਉਹ ਹੈ ਟੂ ਸੈਟਲ ਦੀ ਡਿਸਪਿਊਟਸ ਐਮਿਕੇਬਲੀ ਥਰੂ ਕੰਪਰੋਮਾਈਜ਼ so as to save the precious time and money of the parties and to reduce personal enmity between them. So ਮੰਤਵ ਦੀ ਗੱਲ ਕਰੀਏ ਬੈਨੀਫਿਟਸ ਲੋਕ ਅਦਾਲਤ ਦੇ ਕੀ ਨੇ ਇੱਕ ਤਾਂ ਸਪੀਡੀ ਡਿਸਪੋਜ਼ਲ ਆਫ ਕੇਸਿਸ ਹੈ ਅਵਾਰਡ ਹੈ ਜਿਹੜਾ ਲੋਕ ਅਦਾਲਤ ਦਾ ਡੀਮ ਡਿਕਰੀ ਹੈ ਇਹਦੇ ਖਿਲਾਫ ਕੋਈ ਅਪੀਲ ਦਾਇਰ ਨਹੀਂ ਕੀਤੀ ਜਾਂਦੀ ਤੇ ਜਿਹੜੇ ਡਿਸੀਜਨ ਲਿੱਤੇ ਜਾਂਦੇ ਨੇ ਲੋਕ ਅਦਾਲਤ 'ਚ ਸਹਿਮਤੀ ਨਾਲ ਆਪਸੀ ਸਹਿਮਤੀ ਨਾਲ ਦੋਨੋਂ ਤਰ੍ਹਾਂ ਦੇ ਲਿੱਤੇ ਜਾਂਦੇ ਨੇ ਤੇ ਵੱਡੀ ਗੱਲ ਇਹ ਹੈ ਕਿ ਜਿਹੜੀ ਕੋਰਟ ਫੀਸ ਹੈ ਉਹ ਕੋਰਟ ਫੀਸ ਰਿਫੰਡ ਕੀਤੀ ਜਾਂਦੀ ਹੈ ਜੇ ਪਾਰਟੀਆਂ ਨੇ ਕਿਉਂਕਿ ਅੱਜ ਕੱਲ੍ਹ ਕੋਰਟ ਫੀਸਾਂ ਦੇ ਦਰ ਵੀ ਬਹੁਤ ਵੱਧ ਗਏ ਨੇ ਕਈ ਵਾਰ ਲੱਖ 2-2 ਲੱਖ ਰੁਪਏ ਕੋਰਟ ਫੀਸਾਂ ਹੁੰਦੀਆਂ ਨੇ ਸੋ ਕੋਰਟ ਫੀਸ ਰਿਫੰਡ ਕੀਤੀ ਜਾਂਦੀ ਹੈ ਜੇਕਰ ADR ਮੈਕੈਨਿਜ਼ਮ ਦੇ ਕਿਸੇ ਵੀ ਪ੍ਰੋਸੈਸ ਹੇਠ ਤੁਹਾਡਾ ਦਾਅਵਾ ਡਿਸਾਈਡ ਹੁੰਦਾ ਹੈ ਤੇ ਕਿਉਂਕਿ ਇਹ ਸਾਰੇ ਨੇ ਐਮੀਕੇਬਲ ਸੈਟਲਮੈਂਟ ਦੇ ਪ੍ਰੋਸੀਜਰ ਨੇ ਤੇ ਡਿਸੀਜਨਸ ਫਾਈਨਲ ਹੁੰਦੇ ਨੇ ਇਹਨਾਂ ਦੀ ਫਰਦਰ ਕੋਈ ਅਪੀਲ ਦਲੀਲ ਨਹੀਂ ਲਾਈ ਕਰਦੀ ਹੈਗੀ ਤੇ ਲੋਕ ਅਦਾਲਤਾਂ ਸਾਡੇ 1 ਮਹੀਨਾ ਛੱਡ ਕੇ ਸਾਰਾ ਸਾਲ 'ਚ ਹੁਣ ਕੋਵਿਡ ਕਰਕੇ ਕਰੋਨਾ ਵਾਇਰਸ ਕਰਕੇ ਸਸਪੈਂਡਡ ਹੈ ਅਦਰਵਾਈਜ਼ ਇਹ ਸਾਡਾ ਸ਼ਡਿਊਲ ਜਨਵਰੀ 'ਚ ਆ ਜਾਂਦਾ ਸੋ 1 ਮਹੀਨੇ ਜਾਂ 2 ਮਹੀਨੇ ਦੇ ਗੈਪ ਬਾਅਦ ਬਾਈ ਮੰਥਲੀ ਲੋਕ ਅਦਾਲਤਾਂ ਹੁੰਦੀ ਹੈ ਤੇ ਫਾਈਨਲੀ ਫਿਰ ਜਿਹੜੀਆਂ ਵੱਡੀਆਂ ਲੋਕ ਅਦਾਲਤਾਂ ਉਹ ਦਸੰਬਰ 'ਚ ਹੁੰਦੀਆਂ ਜਾ ਕੇ ਇਹਨਾਂ ਸਾਰੀਆਂ ਲੋਕ ਅਦਾਲਤਾਂ ਵਿੱਚ ਵੱਧ ਤੋਂ ਵੱਧ ਸਾਨੂੰ ਫਾਇਦਾ ਲੈਣਾ ਚਾਹੀਦਾ ਤੇ ਆਪਣਾ ਕੇਸ ਸਾਨੂੰ ਗੁਜ਼ਾਰਿਸ਼ ਕਰਨੀ ਚਾਹੀਦੀ ਹੈ ਜਿੱਥੇ ਵੀ ਸਾਡਾ ਕੇਸ ਚੱਲਦਾ ਹੋਵੇ ਕਿ ਅਸੀਂ ਉਹਨਾਂ ਨੂੰ ਬੇਨਤੀ ਕਰੀਏ ਕਿ ਸਾਡਾ ਕੇਸ ਲੋਕ ਅਦਾਲਤ ਵਿੱਚ ਲਗਾਇਆ ਜਾਏ ਤਾਂ ਜੋ ਸੈਟਲਮੈਂਟ ਕਰਵਾਈ ਜਾ ਸਕੇ ਫਰਦਰ ਮੋਰ ਜਿਹੜੀ ਲੋਕ ਅਦਾਲਤਾਂ ਨੇ ਲਈ ਐਪਲੀਕੇਸ਼ਨ ਹੈ ਉਹ ਸਾਨੂੰ ਵੀ ਦਿੱਤੀ ਜਾ ਸਕਦੀ ਹੈ ਕਿ ਸਾਡੀ ਸੈਟਲਮੈਂਟ ਕਰਵਾਈ ਜਾਵੇ ਸੋ ਇਟ ਇਜ਼ ਪੋਸੀਬਲ ਕਿ ਜੇ ਉਹਦੇ ਸਾਨੂੰ ਕੋਈ ਐਪਲੀਕੇਸ਼ਨ ਦਿੰਦਾ ਅਸੀਂ ਕੰਸਰਨ ਕੋਰਟ ਨੂੰ ਰਿਕੁਐਸਟ ਕਰ ਰਹੇ ਹਾਂ ਉੱਥੇ ਬੈਂਚਸ ਬਣਦੇ ਨੇ ਉਹ ਬੈਂਚਸ 'ਚ ਟਾਈਮ ਲਗਾਉਂਦੇ ਨੇ ਦੋਨੋਂ ਪਾਰਟੀਜ਼ ਤੇ ਇਸ ਤਰ੍ਹਾਂ ਉਹਨਾਂ ਦਾ ਆਪਣਾ ਸੈਟਲਮੈਂਟ ਹੋ ਜਾਂਦੀ ਹੈ ਜਿਹਦਾ ਕਿ ਫਾਈਨੈਲਿਟੀ ਹੁੰਦੀ ਹੈ ਤੇ ਦੋਨੋਂ ਤਰ੍ਹਾਂ ਦੀ ਵੱਡੀ ਗੱਲ ਇਹ ਹੈ ਕਿ ਸਹਿਮਤੀ ਆਪਸੀ ਕੰਸੈਂਟ ਨਾਲ ਉਹ ਡਿਸੀਜਨ ਲਿੱਤਾ ਜਾਂਦਾ ਐਵੇਂ ਸਾਡੇ ਕਨਸੈਪਟ ਹੈ ਸਾਡੇ ਆਫਿਸ 'ਚ ਜੇ ਗੱਲ ਕਰੀਏ ਪਰਮਨੈਂਟ ਲੋਕ ਅਦਾਲਤ ਦਾ PLA ਕਿਹਾ ਜਾਂਦਾ ਤੇ ਇਹਨਾਂ ਵਿੱਚ ਪਬਲਿਕ ਯੂਟਿਲਿਟੀ ਸਰਵਿਸਿਜ਼ ਹੈ ਉਹਨਾਂ ਦੇ ਕੋਈ ਵੀ ਕੇਸ ਪਾਏ ਜਾ ਸਕਦੇ ਨੇ ਲੀਗਲ ਸਰਵਿਸਿਜ਼ ਅਥਾਰਟੀ ਐਕਟ 2002 ਅਮੈਂਡਮੈਂਟ ਐਕਟ ਆਇਆ ਸੀ ਜਿਹਦੇ ਰਾਹੀਂ ਇਹਨਾਂ ਨੂੰ ਪਰਮਨੈਂਟ ਲੋਕ ਅਦਾਲਤਾਂ ਨੂੰ ਕਨਸਟੀਟਿਊਟ ਕੀਤਾ ਗਿਆ ਡਿਸਟ੍ਰਿਕਟ ਲੈਵਲ ਤੇ ਪ੍ਰੀ ਲਿਟੀਗੇਟਿਵ ਕੇਸਿਸ ਰਿਲੇਟਿੰਗ ਟੂ ਪਬਲਿਕ ਯੂਟਿਲਿਟੀ ਸਰਵਿਸਿਜ਼ ਆਰ ਡਿਸਾਈਡਡ ਇਨ ਥੀਸ ਲੋਕ ਅਦਾਲਤ ਹੁਣ ਪਬਲਿਕ ਯੂਟਿਲਿਟੀ ਸਰਵਿਸਿਜ਼ ਕੀ ਹਨ ਜਿਵੇਂ ਕਿ ਟਰਾਂਸਪੋਰਟ ਸਰਵਿਸ ਫॉर ਕੈਰੇਜ ਆਫ ਪੈਸੇਂਜਰਸ goods by air road transport ਫਿਰ postal telegraph telephonic services supply of power ਬਿਜਲੀ ਦੀ ਲਾਈਟ ਪਾਣੀ ਦੀ ਕਨੈਕਸ਼ਨ to the public by any establishment any system of public sanitation services in hospital dispensary insurance services banking housing and finance services education immigration LPG connection their supply and refill Aadhaar card ration card LPG connections ਫਿਰ ਵੋਟਰ ਆਈ ਕਾਰਡ BPL ਕਾਰਡ ਇਹ ਸਾਰੀਆਂ ਚੀਜ਼ਾਂ ਓਲਡ ਏਜ ਪੈਨਸ਼ਨ ਵਿਡੋ ਪੈਨਸ਼ਨ ਸ਼ਗਨ ਸਕੀਮ ਪਬਲਿਕ PDS ਸਿਸਟਮ ਜਿਹਨੂੰ ਕਹਿੰਦੇ ਆ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਇਹ ਸਾਰੀਆਂ ਦੇ ਮੁਤਲਕ ਜੇ ਕਿਸੇ ਨੂੰ ਕੋਈ ਗਰੀਵੈਂਸ ਹੈ ਤਾਂ ਸਿੰਪਲ ਪਲੇਨ ਕਾਗਜ਼ ਤੇ ਬਿਨਾਂ ਕਿਸੇ ਵਕੀਲ ਕੀਤੇ ਆ ਇੱਥੇ ਅਰਜ਼ੀ ਲਗਾਈ ਜਾ ਸਕਦੀ ਹੈ ਤੇ ਬੜੀ ਸਰਲ ਅਤੇ ਬੜੀ ਜਲਦੀ ਸਪੀਡੀ ਡਿਸਪੋਜ਼ਲ ਹੁੰਦੀ ਹੈ ਇਹਨਾਂ ਦੀ ਕੁਝ ਮਹੀਨਿਆਂ ਵਿੱਚ ਹੀ ਫੈਸਲਾ ਲੈ ਲਿਆ ਜਾਂਦਾ ਸੋ ਬੈਨੀਫਿਟਸ ਦੀ ਗੱਲ ਕਰੀਏ ਪਹਿਲਾ ਤਾਂ ਇਹੀ ਹੈ ਕਿ ਇੱਥੇ ਸਪੀਡੀ ਡਿਸਪੋਜ਼ਲ ਆਫ ਦਾ ਕੇਸਿਸ ਹੈ ਸੈਕਿੰਡ ਹੈ ਇੱਥੇ ਕੋਈ ਕੋਰਟ ਫੀਸ ਦੀ ਰਿਕੁਆਇਰਮੈਂਟ ਨਹੀਂ ਹੈ ਨਹੀਂ ਤਾਂ ਕੋਰਟ ਫੀਸ ਲਾਉਣੀ ਪੈਂਦੀ ਹੈ ਕੋਈ ਵੀ ਕੇਸ ਦਾਇਰ ਕਰਨਾ ਤੇ ਅਵਾਰਡ ਹੈ ਜਿਹੜਾ ਪਰਮਨੈਂਟ ਲੋਕ ਅਦਾਲਤ ਦਾ ਉਹ ਡੀਮ ਡਿਕਰੀ ਹੁੰਦੀ ਹੈ ਸਿਵਲ ਕੋਰਟ ਦੀ ਸੋ ਇਹਦੇ ਖਿਲਾਫ ਕੋਈ ਅਪੀਲ ਨਹੀਂ ਦਾਇਰ ਹੋ ਸਕਦੀ ਇਹ ਫਾਈਨਲ ਇੱਕ ਅਵਾਰਡ ਹੈ ਤੇ ਜਲਦੀ ਸਾਨੂੰ ਟਿਕਾਊ ਜਸਟਿਸ ਮਿਲਦਾ ਅਸੀਂ ਜੇ ਫਰਦਰ ਗੱਲ ਕਰੀਏ ਐਵੇਂ ਸਾਡੇ ਕਨਸੈਪਟ ਹੈ ਮੀਡੀਏਸ਼ਨ ਦਾ ਮੀਡੀਏਸ਼ਨ ਵਿਚੋਲਗੀ ਵੀ ਕਿਹਾ ਜਾਂਦਾ ਮਧਿਅਸਥਤਾ ਵੀ ਕਿਹਾ ਜਾਂਦਾ ਸੋ ਜਿਹੜਾ ਇਹ ਨਵਾਂ ਕਨਸੈਪਟ ਹੈ ਬਾਹਰਲੇ ਕੰਟਰੀਜ਼ ਤੋਂ ਆਇਆ ਹੈ ਤੇ ਹਜੇ ਲੋਕਾਂ ਨੂੰ ਬਹੁਤ ਘੱਟ ਪਤਾ ਇਸ ਬਾਰੇ ਮੈਂ ਵੀ ਇੱਕ ਟ੍ਰੇਨਡ ਮੀਡੀਏਟਰ ਹਾਂ ਟ੍ਰੇਨਡ ਮੀਡੀਏਟਰ 40 ਤੋਂ 60 ਘੰਟਿਆਂ ਦੀ ਟ੍ਰੇਨਿੰਗ ਤੋਂ ਬਾਅਦ ਡਿਕਲੇਅਰ ਕਰਦੀ ਹੈ ਸਾਡੀ MCPC ਆਨਰੇਬਲ ਸੁਪਰੀਮ ਕੋਰਟ ਦੀ ਕਮੇਟੀ ਹੈ ਜਿਹੜੀ ਦੇਖਦੀ ਹੈ ਸੋ ਜਿਹੜੇ ਮੀਡੀਏਸ਼ਨ ਇੱਕ ਵੋਲੰਟਰੀ ਤੇ ਕੋਆਪਰੇਟਿਵ ਪ੍ਰੋਸੈਸ ਹੈ ਜਿੱਥੇ ਕਿ ਇੰਪਾਰਸ਼ਲ ਤੇ ਨਿਊਟਰਲ ਤਰੀਕੇ ਨਾਲ ਜਿਹੜਾ ਮੀਡੀਏਟਰ ਹੈ ਪਾਰਟੀਆਂ ਨੂੰ ਇੱਕ ਆਪਸੀ ਸਮਝੌਤੇ ਤੇ ਲੈ ਕੇ ਜਾਂਦਾ ਇਹ ਮੀਡੀਏਸ਼ਨ ਜਿਹੜਾ ਮੀਡੀਏਟਰ ਹੈ ਕੋਈ ਉਹਨਾਂ ਨੂੰ ਸੋਲਿਊਸ਼ਨ ਨਹੀਂ ਦੱਸਦਾ ਪਰ ਇੱਕ ਮਾਹੌਲ ਇਹੋ ਜਿਹਾ ਬਣਾ ਦਿੰਦਾ ਜਿੱਥੇ ਜਿਹੜੀਆਂ ਦੋਨੋਂ ਵਾਰਿੰਗ ਫੈਕਸ਼ਨਸ ਆ ਪਾਰਟੀਜ਼ ਆ ਉਹ ਆਪ ਡਿਸਪਿਊਟ ਰਿਜ਼ੋਲਵ ਕਰਦੀਆਂ ਹੋਰ ਸਟੈਪਸ ਜਿੰਨੇ ਵੀ ਪੂਰ ਲੋਕ ਹੈ ਵੀਕਰ ਲੋਕ ਹੈ ਮਾਰਜਨਲਾਈਜ਼ ਸੈਕਸ਼ਨ ਦੇ ਲੋਕ ਹੈ
ਉਹਨਾਂ ਨੂੰ ਮਤਲਬ ਅਸੀਂ ਇਹ ਜਿਹੜੀ ਪ੍ਰੋਵਾਈਡ ਕਰਾ ਸਕੀਏ ਲੀਗਲ ਸਰਵਿਸਿਜ਼ ਆ ਵਿਕਟਮ ਕੰਪਨਸੇਸ਼ਨ ਦੀ। ਹੁਣ ਮੈਂ ਗੱਲ ਕਰੀ ਹੈ, ਬੜੀ ਇੰਪੋਰਟੈਂਟ ਸਕੀਮ ਹੈ ਇਹਦੇ 'ਚ। ਖਾਸ ਕਰਕੇ ਰੇਪ ਕੇਸਿਸ ਦੀ ਗੱਲ ਕਰੀਏ, ਜੇ ਲੜਕੀ SC ਜਾਂ ST ਤੋਂ ਕਮਿਊਨਿਟੀ ਨੂੰ ਬਿਲੋਂਗ ਕਰਦੀ ਹੈ ਤਾਂ ਸੈਂਟਰ ਵੱਲੋਂ ਉਹਨੂੰ ਮੇਰੇ ਖਿਆਲ 'ਚ ਕਰੀਬਨ 8,25,000 ਰੁਪਇਆ ਮਿਲਣਾ ਹੈ SC ST ਰੂਲਸ 2015 ਜਾਂ 16 ਦੇ ਮੁਤਾਬਕ। ਸੋ ਲੋਕਾਂ ਨੂੰ ਨਹੀਂ ਪਤਾ ਰੂਲਸ ਬਾਰੇ। ਇਹ ਜਿਹੜੇ ਸਾਡੇ ਨਾਲਸਾ ਦੀ ਸਕੀਮ ਹੈ ਇਹਦੇ ਬਾਰੇ ਵੀ ਨਹੀਂ ਪਤਾ। ਕਿੰਨੇ ਰੇਪ ਕੇਸਿਸ ਰੋਪੜ 'ਚ ਹੋ ਚੁੱਕੇ ਆ, ਬਟ ਕਿੰਨੇ ਵੀ ਨਹੀਂ ਕਿਸੇ ਨੇ ਅਪਲਾਈ ਕਰ ਰਿਹਾ। ਇਹ ਅਪਲਾਈ ਜ਼ਿਆਦਾਤਰ ਸਪੈਸ਼ਲ ਕੋਰਟ ਰੂਪਨਗਰ ਹੈ, ਜਿੱਥੇ ਕਿ ਇਹ ਸੈਕਸ਼ੂਅਲ ਅਸੌਲਟ ਦੇ ਕੇਸਿਸ ਚੱਲਦੇ ਆ, ਉੱਥੇ ਅਪਲਾਈ ਹੁੰਦਾ। ਬਟ ਅਸੀਂ ਆਪਣਾ ਰਿਟੇਨਰ ਲਾਇਰ ਜਾਂ ਕੋਈ ਨਾ ਕੋਈ ਉਹਨਾਂ ਨੂੰ ਪੈਨਲ 'ਚੋਂ ਐਡਵੋਕੇਟ ਦੇ ਦਿੰਦੇ ਆ ਤਾਂ ਕਿ ਉਹਨਾਂ ਦੀ ਐਪਲੀਕੇਸ਼ਨ ਲਾਈ ਜਾ ਸਕੇ, ਜਿਹਦੇ ਬਿਨਾਂ ਤੇ ਉਹਨਾਂ ਨੂੰ ਇੰਟੈਰਮ ਕੰਪਨਸੇਸ਼ਨ ਵੀ ਗ੍ਰਾਂਟ ਹੁੰਦੀ ਹੈ, ਫਾਈਨਲ ਵੀ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਇੰਟੈਰਮ ਕੰਪਨਸੇਸ਼ਨ ਦਾ ਵੀ ਪ੍ਰੋਵੀਜ਼ਨ ਹੈਗਾ ਇਹ ਨਾਲਸਾ ਦੀ ਸਕੀਮ ਵਿੱਚ। ਜਿਵੇਂ ਇੰਟੈਰਮ ਕੰਪਨਸੇਸ਼ਨ 'ਚ ਕਿਹਾ ਗਿਆ ਹੈ ਕਿ ਘੱਟੋ ਘੱਟ ਉਹਨੂੰ 25% ਜੋ ਉਹਨਾਂ ਦੇ ਦਰ ਦਿੱਤੇ ਨੇ 25% ਕੰਪਨਸੇਸ਼ਨ ਉਹਨਾਂ ਨੂੰ ਦਿੱਤਾ ਜਾਵੇਗਾ ਜੇਕਰ ਉਹ ਕੇਸ ਵਾਕਈ ਜੈਨੂਇਨ ਕੇਸ ਹੈ। ਇਸ ਵਿੱਚ SHO ਵੀ ਐਪਲੀਕੇਸ਼ਨ ਮੂਵ ਕਰ ਸਕਦਾ, ਸਰਕਾਰੀ ਵਕੀਲ ਵੀ ਕਰ ਸਕਦਾ, ਵਿਕਟਿਮ ਵੀ ਕਰ ਸਕਦੇ ਆ, ਉਹਦੇ ਗਾਰਜੀਅਨ ਵੀ ਕਰ ਸਕਦੇ ਆ, ਤੇ DLS ਵੀ ਸੂਓ ਮੋਟੋ ਕਰ ਸਕਦਾ। ਪਰ ਜੇ ਸਾਨੂੰ ਪਤਾ ਲੱਗੂਗਾ, ਤੁਸੀਂ ਲੋਕ ਦੱਸੋਗੇ, ਅਸੀਂ ਇਹਨਾਂ ਬਿਹਾਫ ਤੇ ਐਪਲੀਕੇਸ਼ਨ ਮੂਵ ਕਰਾਂਗੇ ਤੇ ਇਹਨਾਂ ਨੂੰ ਵੱਧ ਤੋਂ ਵੱਧ ਬੈਨੀਫਿਟ ਪਹੁੰਚਾਵਾਂਗੇ। ਸੋ ਮੇਨ ਜੇ ਆਪਾਂ ਹੁਣ ਸਾਰਿਆਂ ਦਾ ਨਿਚੋੜ ਕੱਢੀਏ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੀ, ਸਾਡੇ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੀ ਪਲਸਾ ਕਿਹਾ ਜਾਂਦਾ, ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਨਾਲਸਾ ਕਿਹਾ ਜਾਂਦਾ, ਜਿਹੜੀ ਕਿ ਇਹ ਪਬਲਿਕ ਵੈਲਫੇਅਰ ਦੇ ਕੰਮਾਂ ਲਈ, ਵੈਲਫੇਅਰ ਸਕੀਮ ਨੂੰ ਇੰਪਲੀਮੈਂਟ ਕਰਨ ਲਈ, ਗਰੀਬ ਲੋਕਾਂ ਨੂੰ, ਡਾਊਨ ਟਰੋਡਨ ਮਾਰਜਨਲਾਈਜ਼ ਲੋਕਾਂ ਤੱਕ ਪਹੁੰਚਣ ਲਈ, ਤਾਂ ਕਿ ਉਹਨਾਂ ਦੇ ਲੀਗਲ ਹੱਕ ਕੁਚਲੇ ਨਾ ਜਾਣ, ਉਹ ਵਾਂਝੇ ਨਾ ਰਹਿ ਜਾਣ ਜਸਟਿਸ ਤੋਂ। ਇਸ ਕਰਕੇ ਉਹਨਾਂ ਨੇ ਵੱਖ-ਵੱਖ ਸਾਡੀਆਂ ਜਿਹੜੀਆਂ ਅਥਾਰਟੀਆਂ ਨੂੰ ਹੋਂਦ ਵਿੱਚ ਲਿਆਂਦਾ ਗਿਆ। ਇਹਨਾਂ ਨੂੰ ਅਥਾਰਟੀਆਂ ਦਾ, ਕਿਉਂਕਿ ਇਹ ਹਜੇ ਨਵਿਕਲੀਆਂ ਨੇ, ਲੋਕਾਂ ਨੂੰ ਬਹੁਤਾ ਪਤਾ ਨਹੀਂ, ਇਹਨਾਂ ਦੀ ਜਿਹੜੀ ਵੱਧ ਤੋਂ ਵੱਧ ਪਬਲਿਸਿਟੀ ਹੈ ਤੁਸੀਂ ਲੋਕਾਂ ਨੇ ਕਰਨੀ ਹੈ, ਕਿਉਂਕਿ ਹੁਣ ਸੈਮੀਨਾਰਸ ਤਾਂ ਕਰੋਨਾ ਦੇ ਚੱਲਦੇ ਬਹੁਤ ਘੱਟ ਹੋ ਰਹੇ ਨੇ। ਤਾਂ ਵੈਬੀਨਾਰ ਦੇ ਮਾਧਿਅਮ ਅਸੀਂ ਤੁਹਾਡੇ ਸਾਰਿਆਂ ਨੂੰ ਇੱਕ ਜਾਣਕਾਰੀ ਦਿੱਤੀ ਜਿਹੜੀ ਕਿ ਤੁਸੀਂ ਫਰਦਰ ਅੱਗੇ ਲੋਕਾਂ 'ਚ ਵੰਡਣੀ ਹੈ, ਗਰੀਬਾਂ 'ਚ। ਉਹਨਾਂ ਦਾ ਜੇ ਕੋਈ ਇਹੋ ਜਿਹਾ ਹੱਕ ਹੈਗਾ ਉਹਨਾਂ ਨੂੰ ਆਪਾਂ ਦਿਵਾਉਣਾ ਹੈ, ਉਹਨਾਂ ਨੂੰ ਆਪਾਂ ਉਤਸ਼ਾਹਿਤ ਕਰਨਾ ਹੈ, ਉਹਨਾਂ ਨੂੰ ਕਨਵਿੰਸ ਕਰਨਾ ਕਿ ਉਹ ਇਲੈਕਟ੍ਰੋਨਿਕ ਮੋਡ ਆਫ ਕਮਿਊਨੀਕੇਸ਼ਨ ਵੱਧ ਤੋਂ ਵੱਧ ਯੂਜ਼ ਕਰਨ। ਉਹਦੇ ਰਾਹੀਂ ਸਾਰਾ ਕੁਛ ਹੀ ਅੱਜ ਕੱਲ੍ਹ ਮਿਲ ਸਕਦਾ। ਲੀਗਲ ਸਰਵਿਸਿਜ਼ ਵੀ ਦਵਾਈਆਂ ਜਾ ਸਕਦੀਆਂ, ਕੋਈ ਸਕੀਮ ਦਾ ਬੈਨੀਫਿਟ ਹੈ ਉਹ ਵੀ ਦਿੱਤਾ ਜਾ ਸਕਦਾ। ਇਹਨਾਂ ਸ਼ਬਦਾਂ ਨਾਲ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਸਭ ਨੇ ਆਪਣੇ ਬਿਜ਼ੀ ਰੁਝੇਵਿਆਂ 'ਚੋਂ ਟਾਈਮ ਕੱਢਿਆ ਇਹ ਵੈਬੀਨਾਰ ਅਟੈਂਡ ਕਰਨ ਲਈ। ਖਾਸ ਤੌਰ 'ਤੇ ਵਾਈਸ ਪ੍ਰਿੰਸੀਪਲ ਮੈਮ ਦਾ, ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦਾ, ਤੇ ਸਾਰੀ ਡਿਸਟਿੰਗੁਇਸ਼ਡ ਜਿੰਨੀ ਉਰੇ ਦੀ ਫੈਕਲਟੀ ਹੈ, ਡਾਕਟਰ ਜਤਿੰਦਰ, ਡਾਕਟਰ ਕੁਲਬੀਰ, ਡਾਕਟਰ ਹਰਪ੍ਰੀਤ, ਮੈਂ ਸਭ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ ਕਿ ਤੁਸੀਂ ਇਹ ਮੰਚ ਦਿੱਤਾ ਤਾਂ ਜੋ ਅਸੀਂ ਆਪਣੀਆਂ ਗੱਲਾਂ ਕਹਿ ਸਕੀਏ। ਸ਼ੁਕਰੀਆ। Thank you, sir. Thank you so much for providing very informative knowledge and schemes, which is very helpful for, I think, everyone. Next, I would like to invite Professor Jatinder Singh Gill ji to share his views on Corona. Professor Jit. हेलो हेलो हेलो, हाँ जी सर, हाँ जी, मेरी आवाज आ रही है जी? हाँ जी सर, बिल्कुल। तो मानयोग CJM कम सेक्रेटरी डिस्ट्रिक्ट लीगल सर्विसेज अथॉरिटी श्री हरसिमरनजीत सिंह जी, प्रोफेसर मनजीत कौर मनचंदा जी, वाइस प्रिंसिपल गवर्नमेंट कॉलेज रूपनगर, प्रोफेसर कुलवीर कौर जी, हेड पोस्ट ग्रेजुएट डिपार्टमेंट ऑफ पॉलिटिकल साइंस गवर्नमेंट कॉलेज रोपड़, लीगल लिटरेसी सैल सरकारी कॉलेज रोपड़ के सरगर्म मैंबर डॉक्टर हरप्रीत कौर जी, और साथी ते प्यारे बच्चों, आप सारिਆਂ ਨੂੰ प्यार भरी सत श्री अकाल। गुड मॉर्निंग टू ऑल ऑफ यू। कोविड महामारी के समय चाहे आम जिहड़ियां गतिविधियां ने वो स्टैंड स्टिल हैं, रुकियां हुई ने, लेकिन हौली हौली सारे ही लोगों ने जिंदगी के वख-वख पक्षां दे विच काम करते हुए लोगों ने अपनी जिम्मेवारी समझते हुए जिंदगी नूं मुड़ लीहे पाउण दे लई यतन आरंभ कर दिते ने। ते उन्हां यतनां दे तहत ये वैबीनार, सैमीनार
ਕੀਤੇ ਜਾ ਰਹੇ ਨੇ ਤਾਂ ਜੋ ਸੰਬੰਧਿਤ ਲੋਕਾਂ ਦੇ ਨਾਲ ਜੁੜਿਆ ਜਾ ਸਕੇ ਤੇ ਪਹਿਲਾਂ ਚੱਲੇ ਹੋਏ ਕੰਮ ਨੂੰ ਅੱਗੇ ਵਧਾਇਆ ਜਾ ਸਕੇ। ਲੀਗਲ ਸਰਵਿਸਿਜ਼, ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ, ਜਿੱਥੋਂ ਤੱਕ ਇਹਨਾਂ ਦੇ ਕੰਮ ਦਾ ਸਵਾਲ ਹੈ, ਬੜੇ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਲੀਗਲ ਸਰਵਿਸਿਜ਼, ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਜੋ ਕੰਮ ਕੀਤੇ ਜਾ ਰਹੇ ਨੇ ਉਹ ਵਾਕਿਆ ਹੀ ਬੜੇ ਪ੍ਰਸ਼ੰਸਾਯੋਗ ਹਨ। ਲੋੜਵੰਦ ਲੋਕਾਂ ਦੀ ਕਾਨੂੰਨੀ ਸਹਾਇਤਾ, ਜਿਹੜੇ ਬਿਲਕੁਲ ਹੀ ਲਤਾੜੇ ਗਏ ਲੋਕ ਹਨ, ਉਹਨਾਂ ਦੇ ਨਾਲ ਧਿਰ ਬਣ ਕੇ ਖੜਨਾ। ਤੇ ਜਿਵੇਂ ਸਰਦਾਰ ਹਰਸਿਮਰਜੀਤ ਸਿੰਘ ਜੀ ਹੋਰਾਂ ਨੇ ਦੱਸਿਆ ਕਿ ਲੋਕਾਂ ਦੇ ਜਿਹੜੇ ਪਰਸਨਲ ਕੰਮ ਨੇ ਉਹਨਾਂ ਦੇ ਵਿੱਚ ਵੀ ਮਦਦ ਕਰਨ ਦੇ ਲਈ ਜ਼ਿਲ੍ਹਾ ਲੀਗਲ ਸਰਵਿਸਿਜ਼ ਅਥਾਰਟੀ ਜਿਹੜੀਆਂ ਨੇ ਉਹ ਬੜਾ ਸਰਗਰਮ ਕੰਮ ਕਰ ਰਹੀਆਂ ਨੇ। ਅਸੀਂ ਰੂਪਨਗਰ ਜ਼ਿਲ੍ਹੇ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਮਾਨਯੋਗ ਸੈਸ਼ਨ ਜੱਜ ਸਾਹਿਬ ਜੀ ਦੀ ਸਰਪ੍ਰਸਤੀ ਦੇ ਵਿੱਚ ਤੇ CJM ਕਮ ਸੈਕਟਰੀ ਸਰਦਾਰ ਹਰਸਿਮਰਨਜੀਤ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਅਥਾਰਟੀ ਬੜਾ ਵਧੀਆ ਕੰਮ ਕਰ ਰਹੀ ਹੈ। ਸਮੇਂ ਸਮੇਂ ਬਹੁਤ ਸਾਰੇ ਸੈਮੀਨਾਰ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਉਸੇ ਲੜੀ ਦੇ ਤਹਿਤ ਆਪਣਾ ਫਰਜ਼ ਸਮਝਦੇ ਹੋਏ ਅੱਜ ਇਹ ਇੱਕ ਸੈਮੀਨਾਰ ਜਾਂ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੇ ਲਈ ਮੈਂ CJM ਸਾਹਿਬ ਨੂੰ ਵਧਾਈ ਦਿੰਦਾ, ਨਾਲ ਪ੍ਰਸ਼ੰਸਾ ਵੀ ਕਰਦਾ ਕਿ ਉਹਨਾਂ ਨੇ ਜੋ ਇਹ ਆਪਣਾ ਸਮਾਜ ਸੇਵਾ ਦਾ ਹੀ ਕੰਮ ਕਹਾਂਗਾ ਮੈਂ ਤਾਂ ਇਹਨੂੰ, ਕਿ ਸਮਾਜ ਸੇਵਾ ਦੇ ਇਸ ਕੰਮ ਨੂੰ ਜਾਰੀ ਰੱਖਿਆ, ਉਹਨੂੰ ਅੱਗੇ ਵੀ ਵਧਾਇਆ। ਤੇ ਅਪੀਲ ਕਰਾਂਗਾ ਕਿ ਜਿਹੜੇ ਸੈਮੀਨਾਰ ਦੇ ਵਿੱਚ ਸਰੋਤੇ ਇਹ ਸਾਰਾ ਕੁਝ ਸੁਣ ਰਹੇ ਸੀਗੇ ਉਹ ਇਸ ਸੁਨੇਹੇ ਨੂੰ ਆਪਣੇ ਆਪਣੇ ਜਾਣਕਾਰਾਂ ਤੱਕ ਪਹੁੰਚਾਉਣ, ਆਪਣੇ ਪਿੰਡਾਂ ਦੇ ਵਿੱਚ, ਆਪਣੇ ਸ਼ਹਿਰਾਂ ਦੇ ਵਿੱਚ, ਆਪਣੇ ਮੁਹੱਲਿਆਂ ਦੇ ਵਿੱਚ ਲੋੜਵੰਦ ਲੋਕਾਂ ਤੱਕ ਪਹੁੰਚਾਉਣ। ਜਿਵੇਂ ਕਿ CJM ਸਾਹਿਬ ਨੇ ਕਿਹਾ ਕਿ ਕਿਉਂਕਿ ਇਹ ਸਾਰੀਆਂ ਜਿਹੜੀਆਂ ਪ੍ਰੋਗਰਾਮਸ ਨੇ, ਜਿਹੜੀਆਂ ਸਾਰੀਆਂ ਸਹੂਲਤਾਂ ਨੇ, ਜਿਹੜੀ ਸਾਰੀ ਸਹਾਇਤਾ ਹੈ, ਉਹ ਜੇ ਗਰੀਬ ਲੋਕਾਂ ਦੇ ਲਈ ਇਹ ਪਲਾਨ ਕੀਤਾ ਗਿਆ ਤੇ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਅਫੈਕਟਡ ਵੀ ਉਹੀ ਵਰਗ ਹੈ। ਸੋ ਉਸਨੂੰ ਇਸ ਸਮੇਂ ਦੇ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ਰੂਰਤ ਹੁਣ ਸਹਾਇਤਾ ਦੀ ਹੈ ਤੇ ਇਸ ਸਮੇਂ ਦੇ ਵਿੱਚ ਲੀਗਲ ਅਥਾਰਟੀ ਜੋ ਹੈ, ਲੀਗਲ ਸਰਵਿਸਿਜ਼ ਅਥਾਰਟੀ, ਉਹ ਪੂਰਨ ਤੌਰ ਤੇ ਵਚਨਬੱਧ ਹੈ। ਸੋ ਸਾਡਾ ਵੀ ਇਹ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਵੀ ਆਪਣਾ ਯੋਗਦਾਨ ਇਸ ਕਾਰਜ ਦੇ ਵਿੱਚ ਪਾਈਏ। ਮੈਂ ਧੰਨਵਾਦ ਵੀ ਕਰਦਾ ਤੇ ਨਾਲ ਦੀ ਨਾਲ ਸ਼ਲਾਘਾ ਵੀ ਕਰਦਾ ਹਾਂ ਸਾਡੇ ਕਾਲਜ ਦੇ ਪੋਲੀਟੀਕਲ ਸਾਇੰਸ ਵਿਭਾਗ ਦੇ ਮੈਡਮ ਕੁਲਵੀਰ ਕੌਰ ਜੀ, ਡਾਕਟਰ ਹਰਪ੍ਰੀਤ ਜੀ ਤੇ ਉਹਨਾਂ ਦੇ ਸਾਰੇ ਸਾਥੀ, ਕਿ ਉਹਨਾਂ ਨੇ ਇਹ ਪ੍ਰੋਗਰਾਮ ਜਿਹੜਾ ਹੈ ਆਯੋਜਿਤ ਕੀਤਾ। ਤੇ ਇਸ ਦੇ ਲਈ ਸਾਡੇ ਇੰਚਾਰਜ, ਸਾਡੇ ਕਾਲਜ ਦੇ ਵਾਈਸ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਮਨਚੰਦਾ ਜੀ, ਉਹਨਾਂ ਦੀ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਸਮੇਂ-ਸਮੇਂ ਤੇ ਵੱਖ-ਵੱਖ ਮੁੱਦਿਆਂ ਨਾਲ ਸੰਬੋਧਿਤ ਹੋਣ ਦੇ ਲਈ, ਇਹਨਾਂ ਸੈਮੀਨਾਰਾਂ ਦੇ ਆਯੋਜਨ ਦੇ ਲਈ ਉਹ ਸਾਡੀ ਅਗਵਾਈ ਕਰ ਰਹੇ ਨੇ। ਸੋ ਮੈਂ ਇੰਨਾ ਕੁਝ ਕਹਿੰਦਾ ਹੋਇਆ ਕਿ ਅੱਜ ਦਾ ਜੋ ਇਹ ਸੈਮੀਨਾਰ ਹੈ ਉਹ ਬੜਾ ਸਾਰਥਕ ਸਿੱਧ ਹੋਵੇਗਾ। ਇੱਕ ਅਗਲਾ ਕਦਮ ਅਸੀਂ ਆਪਣੀ ਤੋਰ ਜਿਹੜੀ ਸੇਵਾ ਦੀ ਲੜੀ ਚੱਲ ਰਹੀ ਹੈ ਉਹ ਨਿਰੰਤਰ ਬਣਾਈ ਰੱਖਣ ਦੇ ਵਿੱਚ ਇਹ ਸੈਮੀਨਾਰ ਇੱਕ ਵਧੀਆ ਕਦਮ ਸਾਬਤ ਹੋਊਗਾ। ਇੱਕ ਵਾਰੀ ਫਿਰ ਮੈਂ CJM ਸਾਹਿਬ ਦਾ ਧੰਨਵਾਦ ਕਰਦਾ, ਨਾਲ ਦੀ ਨਾਲ ਸਾਡੇ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ ਸਾਰੇ ਮੈਂਬਰਾਂ ਦਾ, ਮੈਡਮ ਮਨਜੀਤ ਕੌਰ ਮਨਚੰਦਾ ਜੀ ਦਾ, ਤੇ ਆਪ ਸਾਰਿਆਂ ਦਾ ਕਿ ਤੁਸੀਂ ਮੈਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਹੁਣ ਮੈਂ ਸੱਦਾ ਦੇਣ ਜਾ ਰਹੀ ਹਾਂ ਡਾਕਟਰ ਕੁਲਵੀਰ ਕੌਰ ਜੀ ਨੂੰ, ਜੋ ਕਿ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ ਮੁਖੀ ਹਨ। ਉਹ ਸਾਡੇ ਨਾਲ ਆ ਕੇ ਆਪਣੇ ਵਿਚਾਰ ਸਾਂਝੇ ਕਰਨ। ਥੈਂਕ ਯੂ। ਓਵਰ ਟੂ ਯੂ ਮੈਮ। Thank you, Dr. Harpreet.
respected CGM, Secretary DLSA Ropar, Madam Manjeet Kaur Manchanda ji, Vice Principal Government College Ropar, Professor Jitendra Singh ji Gill ਅਤੇ ਹੋਰ ਸਾਰੇ ਹੀ ਫੈਕਲਟੀ ਮੈਂਬਰਸ ਅਤੇ ਪਿਆਰੇ ਵਿਦਿਆਰਥੀਓ, ਇਸ ਸੰਕਟ ਦੇ ਸਮੇਂ ਦੇ ਵਿੱਚ ਅਸੀਂ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਵੱਲੋਂ ਤੁਹਾਡੇ ਲਈ ਜੋ ਲੀਗਲ ਸਰਵਿਸ ਦੇ ਨਾਲ ਮਿਲ ਕੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਹੈ। ਸਾਰੇ ਹੀ ਡਿਪਾਰਟਮੈਂਟ ਦੇ ਮੈਂਬਰਾਂ ਅਤੇ ਸਾਡੇ ਕਾਲਜ ਦੇ ਸੂਝਵਾਨ ਪ੍ਰੋਫੈਸਰ ਸਹਿਜਾਵਾਨ ਦੇ ਸਹਿਯੋਗ ਦੇ ਨਾਲ ਅਸੀਂ ਇਹ ਜਾਗਰੂਕਤਾ ਇੱਕ ਕਿਸਮ ਦਾ ਵੈਬੀਨਾਰ ਲਾਇਆ ਹੈ, ਕਿਉਂਕਿ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਅਸੀਂ ਇਸ ਲੋਕਡਾਊਨ ਦੇ ਦੌਰਾਨ ਘਰਾਂ ਦੇ ਵਿੱਚ ਬੰਦ ਪਏ ਹੋਏ ਹਾਂ। ਸਾਡੇ ਬੱਚੇ ਵਿਦਿਆਰਥੀ ਜੋ ਸਾਡੇ ਨਾਲ ਜੁੜੇ ਨੇ ਇਸ ਵੈਬੀਨਾਰ ਦੇ ਥਰੂ, ਉਹ ਵੀ ਬਹੁਤ ਦੇਰ ਤੋਂ ਇਸ ਸੰਕਟ ਦੇ ਵਿੱਚ ਘਿਰੇ ਹੋਏ ਨੇ ਤੇ ਕੋਈ ਵੀ ਸੰਕਟ ਹੈ ਜਿਹੜਾ ਉਹ ਬਹੁਤ ਹੀ ਭਿਆਨਕ ਹੁੰਦਾ ਹੈ। ਤੇ ਉਸ ਦੇ ਵਿੱਚ ਜੋ ਮੈਂ ਜਨਰਲ ਕੀਤਾ ਇਨਵੈਸਟੀਗੇਸ਼ਨ ਕਿ ਇਸ ਸੰਕਟ ਦੇ ਸਮੇਂ ਦੇ ਵਿੱਚ ਨੌਜਵਾਨ ਜੋ ਸਾਡੇ ਨਾਲ ਜੁੜੇ ਹੈ ਉਹਨਾਂ ਦੀ ਬਹੁਤ ਅਹਿਮ ਭੂਮਿਕਾ ਹੋ ਸਕਦੀ ਹੈ, ਕਿਉਂਕਿ ਅਸੀਂ CGM ਸਾਹਿਬ ਦੇ ਵਿਚਾਰ ਸੁਣੇ ਨੇ, ਅਸੀਂ ਮੈਡਮ ਜਸਵਿੰਦਰ ਕੌਰ ਦੇ ਵਿਚਾਰ ਸੁਣੇ ਨੇ, ਸਾਡੇ ਵਿਦਿਆਰਥੀ ਨਾਲ ਜੁੜੇ ਹੋਏ ਨੇ ਤੇ ਉਹ ਇਹ ਬਹੁਤ 100% ਪੱਕਾ ਹੈ ਕਿ ਉਹ ਇਹ ਅਵੇਅਰਨੈਸ ਆਮ ਜਾ ਕੇ ਸਮਾਜ ਦੇ ਵਿੱਚ ਦੇਣਗੇ, ਕਿਉਂਕਿ ਅੱਜ ਅਸੀਂ ਦੇਖਦੇ ਹਾਂ ਕਿ ਇੱਕ ਜਿਹੜੀ ਭਿਆਨਕ ਬਿਮਾਰੀ ਜਿਸ ਨੂੰ ਕਿ ਅਸੀਂ ਇਹ ਸਮਰਪਿਤ ਕੀਤਾ ਹੈ, ਅੱਜ ਸਾਰੀ ਦੁਨੀਆ ਦੇ ਵਿੱਚ ਕਰੋਨਾ ਦਾ ਸੰਕਟ ਹੈ ਅਤੇ ਅਸੀਂ ਦੇਖਦੇ ਹਾਂ ਕਿ ਹਰ ਇੱਕ ਪਲੇਟਫਾਰਮ ਤੇ ਵੈਸੇ ਦਾ ਕੇਂਦਰ ਬਿੰਦੂ ਕਰੋਨਾ ਵਾਇਰਸ ਹੀ ਹੈ। ਕਰੋਨਾ ਪੀੜਤ ਲੋਕਾਂ ਦੀ ਸੰਖਿਆ ਜੇ ਅਸੀਂ ਦੇਖੀਏ ਸਾਰੇ ਸੰਸਾਰ ਦੇ ਵਿੱਚ ਵੱਧਦੀ ਜਾ ਰਹੀ ਹੈ। ਸਾਰੀਆਂ ਸਰਕਾਰਾਂ ਨੇ ਸਮੇਂ-ਸਮੇਂ ਤੇ ਹਦਾਇਤਾਂ ਜਾਰੀ ਕੀਤੀਆਂ, ਪਰ ਭਾਰਤ ਦੀ ਕੇਂਦਰ ਸਰਕਾਰ ਨੇ ਜੋ ਪਹਿਲਾ ਇਨੀਸ਼ੀਏਟਿਵ ਲਿਆ ਕਿ ਉਹਨਾਂ ਨੇ ਮਹਾਮਾਰੀ ਤੋਂ ਬਚਣ ਦੇ ਲਈ ਪਹਿਲਾਂ ਹੀ ਜਿਹੜਾ ਹੈ ਲਾਕਡਾਊਨ ਕਰ ਦਿੱਤਾ ਤੇ ਇਸੇ ਕਾਰਨ ਸਾਡੀ ਸਥਿਤੀ ਹੈ ਜਿਹੜੀ ਬਾਕੀ ਦੇਸ਼ਾਂ ਨਾਲੋਂ ਕੁਝ ਬਿਹਤਰ ਹੈ। ਪਰ ਮੈਂ ਇੱਥੇ ਇਹ ਵੀ ਕਹਿੰਦੀ ਹਾਂ ਕਿ ਹਰ ਸੰਕਟ ਜੋ ਸਾਡੇ ਤੇ ਆਉਂਦਾ ਹੈ ਉਸ ਤੇ ਦੋਨੇ ਪੱਖ ਹੁੰਦੇ ਨੇ, ਨੈਗੇਟਿਵ ਵੀ ਹੁੰਦੇ ਨੇ, ਪੋਜ਼ਿਟਿਵ ਵੀ ਹੁੰਦੇ ਨੇ। ਇਹ ਜਿਹੜਾ ਸਾਡਾ ਕਰੋਨਾ ਦਾ ਸਾਡੇ ਕੋਲ ਭਿਆਨਕ ਮਹਾਮਾਰੀ ਆਈ ਹੈ, ਮੈਂ ਕਹਿੰਦੀ ਇਸ ਦੇ ਨੈਗੇਟਿਵ ਪੱਖ ਜ਼ਿਆਦਾ ਨੇ, ਪਰ ਅਸੀਂ ਜੇ ਕਿਤੇ ਸੋਚ ਵਿਚਾਰ ਕਰੀਏ ਤਾਂ ਕਿਤੇ ਨਾ ਕਿਤੇ ਅਸੀਂ ਇਹ ਗੱਲ ਵੀ ਆਮ ਦੇਖਦੇ ਹਾਂ ਕਿ ਸਾਡਾ ਆਲਾ ਦੁਆਲਾ ਹਵਾ ਪਾਣੀ ਜੇ ਆਸਮਾਨ ਹੈ ਜਿਹੜਾ ਉਹ ਬਿਲਕੁਲ ਪ੍ਰਦੂਸ਼ਣ ਫ੍ਰੀ ਹੋ ਗਿਆ ਹੈ, ਜਿਹੜਾ ਕਿ ਅਸੀਂ ਦਹਾਕਿਆਂ ਤੋਂ ਨਹੀਂ ਸੀ ਦੇਖਿਆ। ਹੁਣ ਇਸ ਵਾਇਰਸ ਦੇ ਕਾਰਨ ਹੀ ਮਨੁੱਖ ਨੂੰ ਸਮਝ ਆਉਣ ਲੱਗ ਪਈ ਹੈ ਕਿ ਆਪਣੇ ਸਵਾਰਥ ਦੇ ਲਈ ਜਿਸ ਤਰ੍ਹਾਂ ਉਸਨੇ ਪ੍ਰਕਿਰਤੀ ਦੇ ਨਾਲ ਛੇੜਛਾੜ ਕੀਤੀ ਹੈ ਉਹਦਾ ਨਤੀਜਾ ਉਹ ਭੁਗਤ ਰਿਹਾ ਹੈ। ਇਹ ਅਸੀਂ ਨਹੀਂ, ਸਾਰੇ ਦੇਸ਼ ਇਸ ਮਹਾਮਾਰੀ ਦੇ ਵਿੱਚ ਹਨ। ਕੱਲ ਤੱਕ ਜੋ ਦੇਸ਼ ਆਪਣੇ ਆਪ ਨੂੰ ਮਹਾਸ਼ਕਤੀ ਦੇ ਰੂਪ ਵਿੱਚ ਸਮਝਦੇ ਸਨ, ਅੱਜ ਕਰੋਨਾ ਵਾਇਰਸ ਦੇ ਮਾੜੇ ਨਤੀਜਿਆਂ ਦੇ ਕਾਰਨ ਉੱਥੇ ਕਈ ਬਿਮਾਰੀਆਂ ਨੇ ਜਨਮ ਲੈ ਲਿਆ ਹੈ। ਬੇਰੁਜ਼ਗਾਰੀ ਉੱਥੇ ਬਹੁਤ ਜ਼ਿਆਦਾ ਹੈ। ਜੇ ਅਸੀਂ ਸਿਹਤ ਦੇ ਪੱਖੋਂ ਦੇਖਦੇ ਹਾਂ ਤਾਂ ਇਹ ਐਨਾਲਿਸਿਸ ਕੀਤਾ ਗਿਆ ਹੈ ਕਿ ਅਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਦੇ ਨਾਗਰਿਕਾਂ ਦੀ ਇਮਿਊਨਿਟੀ ਵਿਕਸਿਤ ਦੇਸ਼ਾਂ ਨਾਲੋਂ ਕਿਤੇ ਜ਼ਿਆਦਾ ਹੈ। ਇਸ ਕਰੋਨਾ ਵਾਇਰਸ ਨੇ ਸਾਨੂੰ ਇੱਕ ਗੱਲ ਹੋਰ ਵੀ ਸਾਬਿਤ ਕਰ ਦਿੱਤੀ ਹੈ ਕਿ ਭੌਤਿਕ ਸੁੱਖ ਸੁਵਿਧਾਵਾਂ ਜਿਹਦੇ ਵਿੱਚ ਅਸੀਂ ਬਹੁਤ ਰੁੱਝੇ ਹੋਏ ਸਨ, ਉਹਨਾਂ ਨੇ ਜੀਵਨ ਨੂੰ ਦੁਖੀ ਬਣਾ ਦਿੱਤਾ ਹੈ, ਸੁਖੀ ਨਹੀਂ ਬਣਾਇਆ ਹੈ। ਤੇ ਅਸੀਂ ਇਹ ਵੀ ਇਸ ਸੰਕਟ ਦੇ ਵੱਡੇ ਉਹ ਬੇਮਤਲਬ ਲੱਗ ਰਹੀਆਂ ਹਨ। ਜੇ ਕੁੱਲ ਮਿਲਾ ਕੇ ਇਹ ਕਹਿ ਲਿਆ ਜਾਵੇ ਕਿ ਇਹ ਇਕਮਾਤਰ ਜੋ ਸੁੱਖ ਸੁਵਿਧਾਵਾਂ ਹਨ ਜਿਸ ਨੂੰ ਵਿਅਕਤੀ ਨੇ ਪਹਿਲ ਦਿੱਤੀ ਹੋਈ ਸੀ, ਅੱਜ ਉਹੀ ਕਸ਼ਟ ਵਿੱਚ ਹਨ। ਸਾਡੇ ਪਰਿਵਾਰਕ ਮਨੁੱਖ ਦੁਆਰਾ ਫੇਰ ਵਿਚਾਰ ਕਰਨ ਲੱਗ ਪਿਆ ਹੈ। ਅੱਜ ਸਾਰੇ ਦੇਸ਼ਾਂ ਨੂੰ ਕਰੋਨਾ ਵਾਇਰਸ ਤੋਂ ਬਚਣ ਦੇ ਲਈ ਆਪੋ ਧਾਪੀ ਪਈ ਹੋਈ ਹੈ। ਹਰੇਕ ਮੁਲਕ ਕਿਸੇ ਨਾ ਕਿਸੇ ਰੂਪ ਵਿੱਚ ਲਪੇਟ ਵਿੱਚ ਆ ਚੁੱਕਿਆ ਹੈ। ਪਰ ਇਸ ਸੰਕਟਮਈ ਸਥਿਤੀ ਦੇ ਵਿੱਚ ਕਈ ਦੇਸ਼ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਵੀ ਅੱਗੇ ਆਏ ਹਨ। ਜੇ ਮੈਂ ਐਗਜ਼ਾਮਪਲ ਇੱਕ ਦਵਾਂ ਕਿ ਲੈਟਿਨ ਅਮਰੀਕਾ ਦਾ ਇੱਕ ਛੋਟਾ ਜਿਹਾ ਦੇਸ਼ ਕਿਊਬਾ ਹੈ, ਉਹ ਦੁਨੀਆ ਦੇ ਦੇਸ਼ਾਂ ਨੂੰ ਕਹਿ ਰਿਹਾ ਹੈ
कि मैं थोड़ी की मदद कर सकता हाँ, ते तुहानूं दवाइयां भेज सकदा हाँ, तुहानूं मैं डॉक्टर भेज सकदा हाँ। ते उस देश ने इस तरह मदद भी की है, सेवावां प्रदान भी कीतियां हन। जे असीं ये देखिए कि हालांकि छोटा जिहा देश है जिसनूं कि 50 सालों तो अमेरिका वर्गे देश ने तबाह करन दे विच कोई कसर नहीं छड्डी। मैं इत्थे एग्जाम्पल इस करके दित्ती है कि उस देश दे विच नौजवानों नूं प्रेरित किया गया। उत्थे एक कमांतरी हीरो ची गवेरा है जिहड़ा ओह उठिया, उन्हें नौजवानों दे विच अजिही समाजिक तब्दीली दी चणक भरी कि वह नौजवानों ने उत्थे देश नूं लोक राज दे विच तब्दील कर दिता। इसलिए इत्थे साडे नाल विद्यार्थी जुड़े हुए ने, नौजवान जुड़े हुए ने। असीं भावें लीगल अवेयरनेस की गल है, भावें करोना संकट की गल है, साडे बच्चे उसका हल लभ सकते हैं। अजोका करोना बहुत खतरनाक है, साडे वास्ते परख की घड़ी बनया होया है। इन्हां कुछ महीनों तो पहला असीं देखदे सी कि नौजवान वर्ग अपनी अपनी धुन दे विच चल रहा सी। चारे पासे अचंभत करन वाली जिहड़ी मंडी सी उन्हें उन्होंने अपनी गिरफ्त दे विच लै लिया सी। हर एक बुद्धिजीवी, हर एक मंच तो यह विचार आम हुंदी सी कि पंजाब दी जवानी किहड़े पासे जा रही है अते कई किस्म दी अलामतां ने उसनूं घेर लिया सी। हुण इस जदों ये करोना का दौर आया है, वो नौजवान जदों घरां दे विच बैठे हुए ने, वो हर पल ये सोचते ने, बजुर्ग माँ बाप का चेहरा देखते ने, भैन का संकटमई भविख देखते ने, अपनी बेरोजगारी देखते ने, तां फिर उन्हां दियां ये सारियां गल्लां ने उन्हां दी नींद उड़ा दित्ती हुई है। ते ये जिहड़ियां जे आपां देख लईए कि बेरोजगारी का आलम साडे भी बहुत ज्यादा है। अजिही निराशाजनक स्थिति होर भी भयानक परिवारक त्रासदियां नूं जन्म दिंदी है। मैं नौजवानों नूं कहना चाहुंदी हां, विद्यार्थियों नूं, कि इतिहास गवाह है कि वख-वख समयां दे विच संकट आए, उन्हां सवालों के जवाब भी नौजवानों ने लभे ते हल कीते हन। हालांकि कोरोना बड़ा ही लम्मा है ते होवेगा, पर असीं ये नहीं है कि नौजवानों ने ये गवां दे विच ही बैठे रहना है, ये पीड़ा भरिया माहौल दे विच ही बैठा रहना है। आर्थिकता सानू पंजाब दी पता ही है कि नौजवान नूं कुछ देण तो असमर्थ हो चुकी है। यही कारण है कि बहुत गिनती नौजवान विदेशों नूं कूच कर रहे हैं अते एक वड्डा हिस्सा प्रवास करन दी तैयारी विच है, क्योंकि पंजाब दा जो नव आधारवादी मॉडल है उन्हें नौजवानों लई रोजगार ते बुनियादी सहूलतां तो हथ खिंच लए ने। इसलिए पर यह मैं कहना चाहुंदी हां कि जिन्नियां भी आर्थिक, राजनीतिक, समाजिक स्थितियां बिगड़दियां ने, उन्हां नूं बदलन ते हत्थां विच लए तो बिना कोई भी रास्ता अगाह नहीं वधदा। सो भविख विच उभरदे रूप विच हरेक नूं रास्ता बनाना पवेगा। अजिही स्थिति वल वधन लई तां शहीद आजम भगत सिंह जी, शहीद करतार सिंह सराभा जी अगे आए सन। वो भी तो उस वेले दी समाजिक ते राजनीतिक स्थितियां दी उपज सन। उन्होंने इन्नी सेध दी लोगों नूं कि इतिहास के पन्नियां ते उन्हां दा नाम आ गया। अज मैं नौजवानों नूं कहना चाहनी हां कि अपने इर्द गिर्द आपां ने झाती मारनी है, उस विचों ही समाजिक, सभ्याचारक, आर्थिक, राजनीतिक बदल लभने पैणे हैं ते अपने इर्द गिर्द दे चगिरदे दे अनुसार कारज हथ विच लैणे होणगे। जिस तरह इह कोरोनामई संकट की स्थिति दे विच पंजाब के पिंडां दे विच नौजवानों ने बहुत पहल कदमियां कीतियां ते बहुत हल भी कीते। मैं पंजाबी यूनिवर्सिटी का एक आर्टिकल डॉक्टर कुलदीप सिंह जी ने लिखा, उन्हां दे विच उन्हां दी मैं शलाघा करदी हां कि उन्होंने कई इस तरह के उपाय दसे कि असीं पिंड पद्धर ते उन्हां नूं हल कर सकते हाँ जे असीं मतलब ये कर लीए कि पिंड पद्धर पैदावार के जो साधन ने जिन्हां चों जिवें जमीन प्रमुख है, जिस दे नाल असीं किरतियां नूं नाल रला के उन्हां दी जीविका पूरी कर सकते हाँ। असीं पिंडां दे विच इह भी देखदे हां दहाकिਆਂ तो बहुत ही जमीनां वीरान पईयां ने, उत्थे नौजवानों नूं इकट्ठे करके खेड दे मैदानां च तब्दील करके उन्हां दी सेहत ते भाईचारक सांझ नूं बना सकते हां। पिंडां दे विच बहुत ही उचेरी विद्या वाले विद्यार्थी हुंदे ने, उन्हां नूं भी कर सकते हां कि पिंडां दे विच जो ना पढ़ाई का खर्चा नहीं दे सकते, पढ़ नहीं सकते ने, ट्यूशन नहीं दे सकते, लै सकते हैं। समा है
कि पिंड की मिट्टी विच दहाकियां तो लगियां सांझीवालता वालियां विरासत ਦੀਆਂ ਪੁਰਾਣੀਆਂ जड़ां ਨੂੰ ਮੁੜ ਉਸਾਰਨ ਦੀ ਲੋੜ है, ਜਿਹੜੀਆਂ कि पिछले दौर ਦੇ ਵਿੱਚ ਖੱਤੀ ਸੱਭਿਆਚਾਰ ਨੇ ਤਬਾਹ ਕਰ ਦਿੱਤੀਆਂ ਸਨ। ਇਹ ਵਕਤ ਹੈ ਪੰਜਾਬ ਦੇ ਨੌਜਵਾਨ ਜੋ ਸੰਕਟ ਕਾਰਨ ਕਈ ਕਿਸ ਤਰ੍ਹਾਂ ਘਰਾਂ ਦੇ ਵਿੱਚ ਲॉकडाउन ਹੋਏ ਪਏ ਨੇ, ਉਹ ਗਮਾਂ ਵਿੱਚ ਡੁੱਬੇ ਨਾ ਰਹਿਣ, ਬਲਕਿ ਇਸ ਦੀ ਬਜਾਏ ਉਹ ਆਪਣੇ ਅੰਦਰ ਆਤਮ ਚਿੰਤਨ ਦੀ ਪ੍ਰਕਿਰਿਆ ਨੂੰ ਸ਼ੁਰੂ ਅਤੇ ਸ਼ਾਨਦਾਰ ਨੌਜਵਾਨ ਬਣਨ ਦਾ ਮਾਹੌਲ ਹੈ ਜੇ ਉਹਦੇ ਤੇ ਨਵੀਂ ਤਬਦੀਲੀ ਦੇ ਵਾਹਕ ਬਣ। ਉਹਨਾਂ ਦੀ ਉਮਰ ਹੈ, ਉਹਨਾਂ 'ਚ ਜਾਨ ਹੈ, ਇਸ ਕਰਕੇ ਹੌਸਲਾ ਹੈ, ਉਹ ਸਾਰਾ ਕੁਝ ਕਰ ਸਕਦੇ ਆ। मैं विद्यार्थियों को अपील करती हूँ इस मंच से साडे नाल जुड़े हुए ने कि कोई भी संकट बच्चे जे आंदा है, कोई देर वास्ते आंदा है, कोई छोटे टाइम वास्ते आंदा है, असी इस तरह का वैबीनार तुहाडे वास्ते तां ही आयोजित किया है कि तुसीं इन्हां बुद्धिजीवियों की क्लास तो जिवें सीजीएम साहब ने बहुत ही अनमोले विचार दिते ने, मैडम जसविंदर ने दिते है, गिल साहब प्रोफैसर साहब ने अपने दिते ने विचार, असीं उन्हां तो सेध लैके प्रेरणा लैके प्रेरक बणीए ਅਤੇ ਅਜੋਕੇ ਨੌਜਵਾਨ ਜੇ ਅਸੰਭਵ ਨੂੰ ਸੰਭਵ ਨਾ ਬਣਾ ਸਕੇ ਤਾਂ ਸੰਕਟਗ੍ਰਸਤ ਭਵਿੱਖ ਦੀਆਂ ਅਣਹੋਣੀਆਂ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੋਵੇਗਾ। ਇਸ ਲਈ ਵਿਦਿਆਰਥੀਓ, ਇਸ ਮੰਚ ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਕਿਸੇ ਵੀ ਸੰਕਟ ਨੂੰ ਆਪ ਵੀ ਅਲਰਟ ਹੋਈਏ ਤੇ ਆਪ ਦੇ ਨਾਲ ਦੇ ਲੋਕਾਂ ਨੂੰ ਵੀ ਅਲਰਟ ਕਰੀਏ, ਤਾਂ ਹੀ ਅਸੀਂ ਕਿਸੇ ਵੀ ਵੈਬੀਨਾਰ ਦਾ ਫਾਇਦਾ ਉਠਾ ਸਕਦੇ ਹਾਂ। ਥੈਂਕਸ। ਓਵਰ ਟੂ ਡਾਕਟਰ ਹਰਪ੍ਰੀਤ। थैंक यू मैम। अखीर विच मैं डॉक्टर सुखजिंदर कौर मैम जी ने जो कि पंजाबी विभाग के मुखी हैं ਨੂੰ ਸੱਦਾ देना चाहती हाँ कि अपने विचार साझे करन। ओवर टू यू मैम सुखजिंदर मैम। सुखजिंदर मैम। सुखजिंदर मैम। Am I audible, ma'am? Hello. हेलो। हेलो मैम। हाँ जी, हाँ जी मैम। आवाज आ रही है? हाँ जी मैम, हाँ जी। थैंक्स डॉक्टर हरप्रीत, रिस्पेक्टेड प्रिंसिपल मैम एंड ऑल मेंबर्स, वेलकम जी, जी आया नूं। मेरा अज दा विशा कोरोना ज्ञान ते विज्ञान ही कारगर हथियार। कोरोना महामारी नूं दुनिया विच पैर 6 महीने ਅਤੇ ਸਾਡੇ ਮੁਲਕ ਵਿੱਚ ਤਕਰੀਬਨ 5 ਮਹੀਨੇ ਹੋ ਗਏ ਹਨ। ਵਾਇਰਸ ਨਾਲ ਫੈਲੀ ਅਤੇ ਫੈਲ ਰਹੀ ਇਸ ਬਿਮਾਰੀ ਬਾਰੇ ਦੁਨੀਆ ਭਰ ਦੇ ਸਿਹਤ ਵਿਗਿਆਨੀ ਕਈ ਪੱਖਾਂ ਤੋਂ ਅਧਿਐਨ ਕਰ ਰਹੇ ਹਨ ਤਾਂ ਜੋ ਇਸ ਤੋਂ ਬਚਾਅ ਹੋ ਸਕੇ ਜਾਂ ਇਲਾਜ ਕੱਢਿਆ ਜਾ ਸਕੇ। ਇਸ ਵਕਫੇ ਦੌਰਾਨ ਬਿਮਾਰੀ ਬਾਰੇ ਕਾਫੀ ਕੁਝ ਸਪਸ਼ਟ ਹੋ ਜਾਣਾ ਚਾਹੀਦਾ ਸੀ ਤੇ ਹੋਇਆ ਵੀ ਹੈ। ਹੁਣ ਤੱਕ ਇਸ ਗੱਲ ਬਾਰੇ ਸਪਸ਼ਟਤਾ ਨਾਲ ਕਹਿਣ ਦੀ ਹਾਲਾਤ ਬਣ ਜਾਣੀ ਚਾਹੀਦੀ ਸੀ ਕਿ ਇਸ ਦਾ ਅਸਲ ਰੁਖ ਕਿਹੋ ਜਿਹਾ ਅਤੇ ਕਿਸ ਦਿਸ਼ਾ ਵਿੱਚ ਹੋਵੇਗਾ, ਜੋ ਅੱਜ ਸਭ ਤੋਂ ਵੱਡਾ ਸਵਾਲ ਹੈ। ਕੋਰੋਨਾ ਨੂੰ ਲੈ ਕੇ ਇਸ ਦੀ ਰੋਕਥਾਮ ਦੇ ਮੰਦੇ ਨਜ਼ਰ ਪਹਿਲੇ ਦਿਨ ਤੋਂ ਇਹ ਸਮਝ ਬਣੀ ਅਤੇ ਪ੍ਰਚਾਰੀ ਗਈ ਕਿ ਵਾਇਰਸ ਦੇ ਫੈਲਣ ਦੀ ਲੜੀ ਤੋੜਨੀ ਹੈ। मास्क, 6 फुट दूरी, तालाबंदी, एकांतवास आदि सब कोशिशां जारी हन। तेज तरार नाल दौड़दी जिंदगी नूं एक अणदिसदे वायरस ने एकदम ब्रेक ला दित्ती है। इस वायरस तो बचाव लई वरती जा रही तरकीब तालाबंदी ने मनुख दी हलचल नूं अपने घरां तक ही सीमित कर दिता है। कोरोना काल केवल सेहत पक्षों ही नहीं सगों कई प्रकार दियां समाजिक, आर्थिक अते मानसिक समस्यावां नाल कुल दुनिया दियां सरकारां अते जनता नूं दो चार होना पै रहा है। हर देश, हर व्यक्ति अजिहे हालातां दा पहली वारी सामना कर रहा, इस करके किसी नूं भी स्पष्ट हल नजर नहीं आ रहा। अमन कानून की स्थिति कारण लगदे करफ्यू तां वेखे सुने हन, पर सेहत समस्या कारण आई
महावारी करके तालाबंदी ते ਉਹ ਵੀ ਸਾਰੀ ਦੁਨੀਆ 'ਚ ਇੱਕੋ ਵੇਲੇ ਇਹ ਮਾਨਵ ਇਤਿਹਾਸ 'ਚ ਪਹਿਲੀ ਵਾਰ ਹੀ ਵੇਖੀ ਸੁਣੀ ਜਾ ਰਹੀ ਹੈ। ਮਾਹਿਰਾਂ ਦੀ ਭਵਿੱਖਬਾਣੀ ਅਨੁਸਾਰ ਕੋਵਿਡ-19 ਭਾਰਤ ਵਿੱਚ ਸਿਖਰ ਵੱਲ ਵੱਧ ਰਿਹਾ ਹੈ। ਨਵੇਂ ਕੇਸਾਂ ਵਿੱਚ ਵਾਧੇ ਦੀ ਦਰ ਹੁਣ ਸਾਫ਼ ਦਿਖਣ ਲੱਗੀ ਹੈ। ਜਿੱਥੋਂ ਤੱਕ ਕੇਸਾਂ ਦੀ ਗਿਣਤੀ ਦਾ ਸਵਾਲ ਹੈ, ਅਸੀਂ ਸੰਸਾਰ ਵਿੱਚ ਅਗਲੀ ਕਤਾਰ ਵਿੱਚ ਆ ਖੜੇ ਹੋਏ ਹਾਂ। ਇਹ ਸੱਚ ਹੈ ਕਿ ਸਾਡੀ ਆਬਾਦੀ ਬਹੁਤ ਵੱਡੀ ਹੈ ਅਤੇ ਇਸ ਪ੍ਰਸੰਗ ਵਿੱਚ ਇਹ ਗਿਣਤੀ ਮੁਕਾਬਲਤਨ ਬਹੁਤ ਜ਼ਿਆਦਾ ਨਹੀਂ ਹੈ, ਪਰ WHO ਨੇ ਚੇਤਾਵਨੀ ਦਿੱਤੀ ਹੈ ਕਿ ਹਾਲਾਤ ਸ਼ਾਇਦ ਇਸ ਤੋਂ ਵੀ ਬਦਤਰ ਹੋ ਸਕਦੇ ਹਨ। ਇਹ ਸਮਾਂ ਕਿਸੇ ਵਿੱਚ ਨੁਕਸ ਲੱਭਣ ਅਤੇ ਆਲੋਚਨਾ ਕਰਨ ਦਾ ਨਹੀਂ, ਬਲਕਿ ਮਹਾਂਮਾਰੀ ਨਾਲ ਨਜਿੱਠਣ ਲਈ ਪਹੁੰਚ ਬਾਰੇ ਗੰਭੀਰ ਵਿਗਿਆਨਿਕ ਆਤਮ ਚਿੰਤਨ ਦੀ ਲੋੜ ਹੈ, ਤਾਂ ਜੋ ਭਵਿੱਖ ਲਈ ਬਿਹਤਰ ਯੋਜਨਾਬੰਦੀ ਕੀਤੀ ਜਾ ਸਕੇ। ਸਿਹਤ ਨਾਲ ਜੁੜੇ ਕਿਸੇ ਵੀ ਮੁੱਦੇ ਨੂੰ ਵਿਗਿਆਨਿਕ ਪਹੁੰਚ ਨਾਲ ਨਜਿੱਠਣਾ ਪੈਂਦਾ ਹੈ। ਜਦੋਂ ਮਹਾਂਮਾਰੀ ਦੀ ਗੱਲ ਆਉਂਦੀ ਆ ਤਾਂ ਮਹਾਂਮਾਰੀ ਵਿਗਿਆਨੀਆਂ ਅਤੇ ਵਿਸ਼ਾਣੂ ਵਿਗਿਆਨੀਆਂ ਦੀ ਰਾਏ ਨੂੰ ਹੀ ਪ੍ਰਮੁੱਖ ਮੰਨਿਆ ਜਾਂਦਾ। ਵਿਗਿਆਨਿਕ ਸਮਝ ਅਨੁਸਾਰ ਕੋਰੋਨਾ ਦੀ ਲੜੀ ਤੋੜਨ ਦੇ 3 ਤਰੀਕੇ ਨੇ। ਪਹਿਲਾ, ਸਾਰਿਆਂ ਨੂੰ ਹਿਫਾਜ਼ਤੀ ਟੀਕੇ ਲਾ ਦਿੱਤੇ ਜਾਣ ਤਾਂ ਕਿ ਵਾਇਰਸ ਤੁਰਿਆ ਵੀ ਫਿਰੇ ਤਾਂ ਵੀ ਕਿਸੇ ਨੂੰ ਬਿਮਾਰੀ ਨਾ ਹੋਵੇ, ਪਰ ਜਿਹੜਾ ਟੀਕਾ ਸਾਡੇ ਕੋਲ ਹੈ ਨਹੀਂ। ਦੂਸਰਾ, ਕਿਸੇ ਮਰੀਜ਼ ਦੇ ਪਤਾ ਲੱਗਣ ਤੇ ਉਸ ਨੂੰ ਇਸ ਤਰ੍ਹਾਂ ਸਾਂਭਿਆ ਜਾਵੇ ਕਿ ਵਾਇਰਸ ਆਪਣੇ ਜੀਵਨ ਦੀਆਂ ਘੜੀਆਂ ਉਸ ਮਰੀਜ਼ ਵਿੱਚ ਹੀ ਪੂਰੀਆਂ ਕਰ ਲਵੇ ਤੇ ਵਾਇਰਸ ਅਗਾਂਹ ਫੈਲਣ ਦੇ ਯੋਗ ਹੀ ਨਾ ਰਹੇ। ਇਕਾਂਤ ਵਾਸਤੇ ਤਾਲਾਬੰਦੀ ਇਸ ਕਾਰਜ ਲਈ ਹੀ ਸੀ। ਤੀਸਰਾ, ਕੁਦਰਤੀ ਤੌਰ ਤੇ ਹਰਡ ਇਮਿਊਨਿਟੀ ਪੈਦਾ ਹੋਣੀ। ਇਸ ਤਰ੍ਹਾਂ ਦੀ ਘੇਰਾਬੰਦੀ ਇਹ ਤਾਂ ਹੀ ਕਾਰਗਰ ਹੁੰਦੀ ਹੈ ਜਦੋਂ 80% ਫੀਸਦੀ ਲੋਕਾਂ ਵਿੱਚ ਵਾਇਰਸ ਚਲਾ ਜਾਵੇ ਤੇ ਸਰੀਰ ਵਿੱਚ ਐਂਟੀਬਾਡੀਜ਼ ਪੈਦਾ ਹੋ ਜਾਣ। ਜੋ ਮਕਸਦ ਹਿਫਾਜ਼ਤੀ ਟੀਕੇ ਤੋਂ ਪੈਦਾ ਹੋਣਾ ਸੀ, ਉਹ ਇੱਥੇ ਕੁਦਰਤੀ ਆ, ਉਹ ਇੱਥੇ ਕੁਦਰਤ ਕਰਦੀ ਆ। ਡਰ ਦਾ ਕਾਰਨ ਹੈ ਬਿਮਾਰੀ ਦੀ ਤਕਲੀਫ ਅਤੇ ਮੌਤ। ਸਾਨੂੰ ਰੋਜ਼ ਅੰਕੜਿਆਂ ਦੇ ਰੂਬਰੂ ਕੀਤਾ ਜਾ ਰਿਹਾ। ਕੁੱਲ ਕੇਸ, ਪਹਿਲੇ ਦਿਨ ਤੋਂ ਠੀਕ ਹੋ ਗਏ ਕੇਸ, ਉਸ ਦੇ ਆਧਾਰ ਤੇ ਠੀਕ ਹੋਣ ਦੀ ਦਰ ਜਿਹੜੀ ਕੱਢੀ ਜਾ ਰਹੀ ਆ। ਫਿਰ ਮੌਤਾਂ ਦੀ ਗਿਣਤੀ, ਡਰ ਨੂੰ ਘੱਟ ਕਰਨ ਲਈ ਇਹੀ ਅੰਕੜੇ ਕੁਝ ਇਸ ਤਰ੍ਹਾਂ ਵੀ ਪੇਸ਼ ਹੋ ਸਕਦੇ ਨੇ ਤੇ ਵਿਗਿਆਨਿਕ ਤਰੀਕਾ ਵੀ ਇਹੀ ਆ। ਇਸ ਸਮੇਂ ਕੁੱਲ ਮਰੀਜ਼ ਜੋ ਇਲਾਜ ਕਰਵਾ ਰਹੇ ਹਨ, ਕੁੱਲ ਮਰੀਜ਼ ਜੋ ਗੰਭੀਰ ਅਵਸਥਾ ਵਿੱਚ ਹਨ ਤੇ ਆਕਸੀਜਨ ਜਾਂ ਵੈਂਟੀਲੇਟਰ ਤੇ ਹਨ, ਜੋ ਵੀ ਮਰੀਜ਼ ਜਿਹਦਾ ਟੈਸਟ ਪੋਜ਼ਿਟਿਵ ਹੈ, ਉਹਨਾਂ ਵਿੱਚੋਂ ਜਿਹੜੇ 97% ਠੀਕ ਵੀ ਹੋਏ ਨੇ, 3% ਜਿਹੜੇ ਮਰਨ ਵਾਲੇ ਨੇ ਉਹ ਵੀ ਇਦਾਂ ਦੇ ਨੇ ਜਿਨ੍ਹਾਂ ਨੂੰ ਕੋਈ ਨਾ ਕੋਈ ਬਿਮਾਰੀ ਪਹਿਲਾਂ ਹੀ ਸੀ ਤੇ ਉਹਨਾਂ ਦੀ ਉਮਰ ਵੀ ਜਿਹੜੀ 60 ਸਾਲ ਤੋਂ ਉੱਪਰ ਸੀ। ਥੈਂਕਸ ਡਾਕਟਰ ਹਰਪ੍ਰੀਤ ਜੀ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਵੈਬੀਨਾਰ ਦੇ ਅੰਤ ਵਿੱਚ ਮੈਂ ਇਹ ਉਮੀਦ ਕਰਦੀ ਹਾਂ ਕਿ ਅੱਜ ਦਾ ਇਹ ਵੈਬੀਨਾਰ ਸਾਡੇ ਸਾਰਿਆਂ ਦੇ ਲਈ ਪ੍ਰੇਰਨਾਦਾਇਕ ਰਿਹਾ। ਜਿਵੇਂ ਕਿ ਸਾਡੇ ਮੁੱਖ ਮਹਿਮਾਨ ਲੀਗਲ ਲਿਟਰੇਸੀ ਕਲੱਬ ਦੇ CGM ਜੀ ਨੇ ਅਤੇ ਐਡਵੋਕੇਟ ਜਸਪਿੰਦਰ ਮੈਮ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸੈੱਲ ਦੇ ਦੁਆਰਾ ਕਿਸ ਤਰ੍ਹਾਂ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ, ਕਿੰਨੇ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ, ਸਭ ਸਕੀਮਾਂ ਦੇ ਬਾਰੇ ਦੱਸਿਆ ਗਿਆ। ਕਾਲਜ ਵਿੱਚ ਇਸ ਸੈੱਲ ਨੂੰ ਸਥਾਪਿਤ ਕੀਤਾ ਗਿਆ ਤੇ ਇਸ ਸੈੱਲ ਦੇ ਦੁਆਰਾ ਹੀ ਕਈ ਤਰ੍ਹਾਂ ਦੇ ਅਵੇਅਰਨੈਸ ਕੈਂਪ, ਸੈਮੀਨਾਰਸ ਐਂਡ ਕੰਪੀਟੀਸ਼ਨਸ ਕਰਵਾਏ ਗਏ। ਪਰ ਹਾਂ, ਸਰ ਦੀ ਗੱਲ ਮੈਂ ਬਿਲਕੁਲ ਸਹਿਮਤ ਹੈ ਕਿ ਇਸ ਸੈਮੀਨਾਰ ਦੀ ਜਗ੍ਹਾ ਅੱਜ ਆਫਲਾਈਨ ਸੈਮੀਨਾਰ ਦੀ ਜਗ੍ਹਾ ਵੈਬੀਨਾਰ ਨੇ ਲੈ ਲਈ ਹੈ ਤੇ ਵੈਬੀਨਾਰ ਹੀ ਇੱਕ ਅਜਿਹਾ ਮਾਧਿਅਮ ਹੈ ਜਿਸ ਦੇ ਦੁਆਰਾ ਅਸੀਂ ਆਪਣੇ ਵਿਚਾਰਾਂ ਨੂੰ ਦੂਜੇ ਦੇਸ਼ਾਂ ਤੱਕ, ਦੂਜੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ, ਉਹਨਾਂ ਦੇ ਵਿਚਾਰਾਂ ਨੂੰ ਸੁਣ ਸਕਦੇ ਹਾਂ ਕਿ ਕਿਸ ਤਰ੍ਹਾਂ ਇਹ ਵੈਬੀਨਾਰ ਦੇ ਦੁਆਰਾ ਹੀ ਅਸੀਂ ਕਰੋਨਾ ਵਰਗੀ ਮਹਾਮਾਰੀ ਤੋਂ, ਬਿਮਾਰੀ ਤੋਂ ਬਚ ਸਕਦੇ ਹਾਂ, ਇਸ ਦੇ ਪ੍ਰਕੋਪ ਤੋਂ ਵੀ ਬਚ ਸਕਦੇ ਹਾਂ। ਸਾਡੇ ਸਾਰੇ ਸਟਾਫ ਮੈਂਬਰਸ ਜਾਂ ਸਪੀਕਰ ਸਾਹਿਬਾਨ ਜਿਨ੍ਹਾਂ ਨੇ ਅੱਜ ਕਰੋਨਾ ਦੇ ਹਰ ਪੱਖ ਨੂੰ ਪੂਰੀ ਤਰ੍ਹਾਂ ਨਾਲ ਛੇੜਿਆ ਹੈ, ਜੋ ਕਿ ਸਾਡੇ ਸਾਰਿਆਂ ਲਈ ਪੂਰੀ ਤਰ੍ਹਾਂ ਨਾਲ ਲਾਹੇਵੰਦ ਹੈ। ICMR ਦੇ ਡਾਇਰੈਕਟਰ ਡਾਕਟਰ ਬਲਰਾਮ ਭਾਰਗਵ ਜੀ ਨੇ ਵੀ ਇੱਕ ਚੇਤਾਵਨੀ ਦੇ ਦਿੱਤੀ ਹੈ ਕਿ ਸਾਨੂੰ ਹੁਣ ਪੂਰੀ ਤਰ੍ਹਾਂ ਨਾਲ ਡਰ ਨਾਲ, ਚੌਕਸ ਨਾਲ ਰਹਿਣਾ ਚਾਹੀਦਾ ਹੈ। ਅਸੀਂ ਰਾਤੋਂ ਰਾਤ ਇਸ ਦੁਨੀਆ ਤੋਂ, ਇਸ ਕੋਵਿਡ ਵਰਗੀ ਮਹਾਮਾਰੀ ਦੀ ਦੁਨੀਆ ਤੋਂ ਬਾਹਰ ਨਹੀਂ ਆ ਸਕਦੇ, ਪਰ ਇਸ ਲਈ ਸਾਡੀ ਸਭ ਦੀ ਆਪਣੀ ਜ਼ਿੰਮੇਵਾਰੀ ਹੈ ਕਿ ਅਸੀਂ WHO ਦੁਆਰਾ ਦਿੱਤੇ ਗਏ, ਰਿਕਮੈਂਡ ਕੀਤੇ ਗਏ ਸੇਫਟੀ ਮੈਜਰਸ ਨੂੰ ਅਪਣਾ ਕੇ ਇਸ ਕਰੋਨਾ ਦੇ ਪ੍ਰਕੋਪ ਤੋਂ ਬਚ ਸਕੀਏ। ਤੇ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ, ਅਰਦਾਸ ਕਰੀਏ ਕਿ ਅਸੀਂ ਜਲਦੀ ਤੋਂ ਜਲਦੀ अपना एक कोरोना महामारी तो मुक्त हो जाइए, दुनिया तो मुक्त हो जाइए और समा मुड़ तो फिर आ जाए जिस विच असीं बिना किसी डर तो अपने दोस्तां, अपने मित्रां, अपने सखी, अपने रिश्तेदार नूं दोबारा तो प्यार ना मिल सके, गले लग के मिल सके जिवें कि पहला ही मिलते आ रहे हैं ते पुरानी जिंदगी नूं उसे तरह ही मान सकीए।
मैं फिर तो एक बारी once again thank you so much to all the chief guest members, staff members, speakers, vice principal ma'am, DLS paralegal volunteers and my dear students who made this event successful. Thank you so much.